बोले सोने हाल सास भी अकाल। अजकल बड़े तुरे फिरदे आ ਜਿਹੜੇ ਕਹਿੰਦੇ ਆ ਜੀ ਅਸੀਂ 5 ਮਹੀਨਿਆਂ ਦੇ ਵਿੱਚ ਨਸ਼ੇ ਖਤਮ ਕਰ ਦੇਣੇ ਆ, ਅਸੀਂ ਇੰਨੇ ਤਰੱਕੀਆਂ ਕਰ ਲੈਣੇ ਆ, ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੰਦੇ ਆ। ਤੁਹਾਡੀ ਸੋਚ ਕੈਲੀਫੋਰਨੀਆ ਤੇ ਹੀ ਆ ਬਸ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਬਣਾਇਆ ਤਾਂ ਉਹਨਾਂ ਦੀ ਸੋਚ ਇਹ ਨਹੀਂ ਸੀਗੀ ਕਿ ਆਪਾਂ ਕੈਲੀਫੋਰਨੀਆ ਬਣਾਉਣਾ, ਉਹਨਾਂ ਦੀ ਇਹ ਨਹੀਂ ਸੋਚ ਸੀ ਕਿ ਆਪਾਂ ਇਹਨੂੰ ਇੰਗਲੈਂਡ ਬਣਾਉਣਾ। ਉਹਨਾਂ ਦੀ ਸੋਚ ਇਹ ਸੀਗੀ ਕਿ ਆਪਾਂ ਸਭ ਤੋਂ ਵਰਲਡ ਦਾ ਬੈਸਟ ਆਪਾਂ ਚੀਜ਼ ਬਣਾਉਣੀ ਹੈ। ਤੇ ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਖਿਤਾਬ ਮਿਲਿਆ ਬੈਸਟ ਲੀਡਰ ਦਾ, ਕਿਉਂਕਿ ਉਹਨਾਂ ਨੇ ਪੰਜਾਬ ਹੀ ਇਹੋ ਜਿਹਾ ਬਣਾ ਦਿੱਤਾ ਸੀਗਾ ਜਿਹੜਾ ਇੱਕ ਬੇਗਮਪੁਰਾ ਸੀਗਾ, ਜਿਹਦੇ ਵਿੱਚ ਨਾ ਕੋਈ ਗਰੀਬ ਰਹਿੰਦਾ ਸੀ, ਨਾ ਕੋਈ ਭੁੱਖਾ ਰਹਿੰਦਾ ਸੀ, ਨਾ ਕੋਈ ਇੱਥੇ ਕ੍ਰਾਈਮ ਸੀਗਾ। ਸਭ ਤੋਂ ਬੈਸਟ ਹੈਲਥ ਕੇਅਰ ਤੇ ਸਭ ਤੋਂ ਬੈਸਟ ਐਜੂਕੇਸ਼ਨ। ਤੇ ਸਾਡੇ ਜਿਹੜੇ ਲੀਡਰ ਆ ਅੱਜ ਕੱਲ੍ਹ ਉਹ ਕਹਿੰਦੇ ਜੀ ਆਪਾਂ ਕੈਲੀਫੋਰਨੀਆ ਬਣਾ ਦੇਣਾ, ਅਸੀਂ ਫਲੋਰੀਡਾ ਬਣਾ ਦੇਣਾ। ਤੁਹਾਡੀ ਸੋਚ ਕਿੱਥੇ ਪਹੁੰਚ ਗਈ ਆ? ਕਿੱਥੇ ਹੁੰਦੀ ਸੀ ਸਾਡੀ ਸਿੱਖਾਂ ਦੀ ਸੋਚ ਕਿ ਅਸੀਂ ਕਿਸੇ ਵੀ ਤਰੀਕੇ ਬਿਨਾਂ ਅਸੀਂ ਸਿੱਖੀ ਨਹੀਂ ਛੱਡਣੀ। ਹੁਣ ਸਾਡੀ ਸਿੱਖਾਂ ਦੀ ਕੀ ਸੋਚ ਹੈ? ਆਪਾਂ ਬਾਹਰ ਆ ਜਾਂਦੇ ਹਾਂ, ਬਾਹਰ ਆ ਕੇ ਕਹਿੰਦੇ ਸਾਡੀ ਮੌਜਾਂ ਲੱਗ ਜਾਂਦੀਆਂ, ਇੱਥੇ ਮੌਜਾਂ ਲੱਗੀਆਂ ਸਾਡੇ, ਬਾਹਰ ਆ ਗਏ ਆਪਾਂ, ਹੁਣ ਤਾਂ ਪੰਥ ਚੜ੍ਹਦੀ ਕਲਾ ਦੇ ਵਿੱਚ, ਹੁਣ ਤਾਂ ਕੋਈ ਚੱਕਰ ਹੀ ਨਹੀਂ। ਸੋਚ ਦੇਖੋ ਲੋਕਾਂ ਦੀ ਹੁਣ ਕਿੱਦਾਂ ਬਦਲ ਗਈ ਆ। ਜ਼ਕਰੀਆ ਖਾਨ ਨੇ ਫਿਰ ਪੁੱਛਿਆ ਇਹਨਾਂ ਕੋਲ ਕੀ ਆ, ਐਸਾ ਕੀ ਤਾਕਤ ਆ ਇਹਨਾਂ ਕੋਲ, ਇਹੋ ਜਿਹੀ ਚੀਜ਼ ਕੀ ਆ ਜਿਹੜੇ ਮਰਨ ਸਮੇਂ ਵੀ ਇਹ ਛੱਡਣ ਨੂੰ ਤਿਆਰ ਨਹੀਂ। ਤੇ ਉੱਥੇ ਸਿੱਖਾਂ ਦਾ ਪੱਕਾ ਵੈਰੀ ਹਰਭਗਤ ਨਿਰੰਜਣਾ ਉੱਥੇ ਬੋਲਿਆ ਤੇ ਉਹ ਕਹਿੰਦਾ ਸੀ ਕਿ ਹਜ਼ੂਰ ਇਹਨਾਂ ਕੋਲ, ਇਹਨਾਂ ਦੇ ਵਿੱਚ ਇੰਨਾ ਦਮ ਆ ਕਿ ਜਦ ਤੱਕ ਉਹਨਾਂ ਨੇ ਆਪਣੇ ਭਰਾਵਾਂ ਨੂੰ ਨਹੀਂ ਛਕਾਇਆ, ਜਦ ਤੱਕ ਕੋਈ ਬੰਦਾ ਉੱਥੇ ਭੁੱਖਾ ਆ ਉਹਨਾਂ ਸਾਹਮਣੇ, ਉਦੋਂ ਤੱਕ ਇਹ ਰੋਟੀ ਨਹੀਂ ਖਾਂਦੇ। ਜਦ ਤੱਕ ਕਿਸੇ ਦੇ ਉੱਤੇ ਅਤਿਆਚਾਰ ਹੁੰਦਾ ਹੈ ਚੈਨ ਨਾਲ ਨਹੀਂ ਬੈਠਦੇ, ਤੇ ਜਦ ਤੱਕ ਕਿਸੇ ਨਾਲ ਦੁੱਖ ਤਕਲੀਫ ਹੁੰਦੀ ਆ ਇਹ ਫਿਰ ਚੁੱਪ ਵੀ ਨਹੀਂ ਬੈਠਦੇ। ਭਾਈ ਤਾਰੂ ਸਿੰਘ ਜੀ had turned into Sarblon. They had turned into as strong as Sarblon, as strong as iron. ਤੇ ਕੱਟ ਨਹੀਂ ਹੁੰਦੇ ਸੀ। ਇਹ ਆ ਗੁਰੂ ਸਾਹਿਬ ਦੀ ਬਖਸ਼ਿਸ਼। ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਕਿਹਾ, ਗੁਰੂ ਸਾਹਿਬ ਅੱਗੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਮੈਂ ਤਾਂ ਜਿਹੜਾ ਬਚਨ ਕਿਹਾ ਮੈਂ ਕਹਿਤਾ, ਹੁਣ ਮੈਂ ਤੁਹਾਡੇ ਉੱਤੇ ਛੱਡਦਾ। ਜਿੰਨਾ ਚਿਰ ਤੱਕ ਮੈਂ ਆਪਣੇ ਕੇਸਾਂ ਦੀ ਰੱਖਿਆ ਕਰ ਸਕਦਾ ਸੀ ਉਦੋਂ ਤੱਕ ਮੈਂ ਕੀਤਾ, ਹੁਣ ਮੇਰੇ ਕੋਲ ਤਾਕਤ ਨਹੀਂ ਆ, ਹੁਣ ਤੁਸੀਂ ਹੱਥ ਦੇ ਕੇ ਰੱਖੋ। ਇਹ ਹੈ ਸਾਡਾ ਗੁਰੂ ਦੀ ਕਿਰਪਾ। ਜਿੱਥੇ ਸਾਡੀ ਤਾਕਤ ਮੁੱਕ ਜਾਂਦੀ ਆ ਹਨਾ, ਉੱਥੇ ਫਿਰ ਗੁਰੂ ਸਾਨੂੰ ਪੱਲਾ ਫੜਾ ਦਿੰਦਾ ਤੇ ਉਹ ਕੰਮ ਕਰਾ ਦਿੰਦਾ ਜਿਹੜਾ ਦੁਨੀਆ ਦੇ ਵਿੱਚ ਕਿਸੇ ਨੇ ਸੁਣਿਆ ਨਹੀਂ। ਵਾਹਿਗੁਰੂ ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ। ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਸੱਚ ਹਿਰਦੈ ਮੋਹ ਸੱਚ ਸੱਚ ਸੁਹਾਇਆ। ਗੁਰਮੁਖ ਜਨਮ ਸਵਾਰ ਜਗਤ ਤਰਾਇਆ। ਗੁਰਮੁਖ ਜਨਮ ਸਵਾਰ ਜਗਤ ਤਰਾਇਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ,
ਸਾਰਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਰੀ ਸੰਗਤ ਗੱਜ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨ ਕੇ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਦੇ ਉਧਾਰ ਤੇ ਆਪਾਂ ਚੱਲੀਏ। ਫਤਿਹ ਦਾ ਸਿਮਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਕਥਾ ਦੇ ਵਿੱਚ ਗੱਲਬਾਤ ਕਰਾਂਗੇ, ਵਿਚਾਰ ਕਰਾਂਗੇ ਇੱਕ ਇਹੋ ਜਿਹਾ ਸ਼ਹੀਦਾਂ ਦੇ ਕਿੱਸੇ ਆਪਾਂ ਸੁਣਦੇ ਆ ਰਹੇ ਹਾਂ, ਸ਼ਹੀਦਾਂ ਦੀ ਕਥਾ ਆਪਾਂ ਸੁਣਦੇ ਆ ਰਹੇ ਹਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਆਪਾਂ ਸੁਣਦੇ ਆ ਰਹੇ ਹਾਂ। ਪਰ ਤਾਂ ਵੀ ਕਈ ਵਾਰੀ ਅਸੀਂ ਸੋਚਦੇ ਹਾਂ, ਕਈ ਵਾਰੀ ਅਸੀਂ ਸ਼ੰਕਾ ਕਰਦੇ ਹਾਂ ਸ਼ਹੀਦਾਂ ਸਿੰਘਾਂ ਦੇ ਉੱਤੇ, ਜਾਂ ਅਸੀਂ ਸ਼ੰਕਾ ਕਰਦੇ ਹਾਂ ਸਾਡੇ ਇਤਿਹਾਸ ਦੇ ਉੱਤੇ, ਜਾਂ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਚੱਕਰਾਂ ਦੇ ਵਿੱਚ ਅਸੀਂ ਸਿੱਖੀ ਸਰੂਪ ਨੂੰ ਛੱਡ ਦਿੰਦੇ ਹਾਂ ਤੇ ਮੂਰਖਾਂ ਦੇ ਮਨਮੁਖਾਂ ਦੇ ਮਗਰ ਲੱਗ ਕੇ ਅਸੀਂ ਆਪਣਾ ਰੂਪ ਕੋਈ ਹੋਰ ਵੱਖਰਾ ਧਾਰਨ ਕਰ ਲੈਂਦੇ ਹਾਂ। ਇਸ ਕਰਕੇ ਅਸੀਂ ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਆਪਾਂ ਗੱਲ ਕਰਾਂਗੇ। ਰੋਜ਼ ਅਸੀਂ ਅਰਦਾਸ ਦੇ ਵਿੱਚ ਗੱਲ ਕਰਦੇ ਹਾਂ, ਰੋਜ਼ ਦੇ ਵਿੱਚ ਅਸੀਂ ਅਰਦਾਸ ਦੇ ਵਿੱਚ ਇੱਕ ਪੌੜੀ ਪੜ੍ਹਦੇ ਹਾਂ। ਉਹਦੇ ਵਿੱਚ ਲਿਖਿਆ ਹੋਇਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ। ਭਾਈ ਮਨੀ ਸਿੰਘ ਜੀ ਦੀ ਇੱਥੇ ਗੱਲ ਹੋ ਰਹੀ ਆ। ਬੰਦ ਜਿਨ੍ਹਾਂ ਨੇ ਕਟਵਾਏ, ਖੋਪੜੀਆਂ ਲੁਹਾਈਆਂ। ਭਾਈ ਤਾਰੂ ਸਿੰਘ ਜੀ ਚੜਖੜੀਆਂ ਤੇ ਚੜ੍ਹੇ। ਸ਼ਹੀਦ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਆਰਿਆਂ ਨਾਲ ਤਨ ਚਰਵਾਏ। ਸ਼ਹੀਦ ਭਾਈ ਮਤੀ ਦਾਸ ਜੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰਦੁਆਰਿਆਂ ਕਰਕੇ, ਗੁਰੂ ਸਾਹਿਬ ਕਰਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਧਰਮ ਨਹੀਂ ਉਹਨਾਂ ਨੇ ਛੱਡਿਆ। ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਗੁਰੂ ਦੀ ਸਿੱਖੀ ਕੇਸਾਂ ਨਾਲ, ਮਤਲਬ ਖਾਲਸਾ ਰੂਪ ਦੇ ਨਾਲ ਤੇ ਸਵਾਸਾਂ ਦੇ ਨਾਲ ਉਹਨਾਂ ਨੇ ਨਿਭਾਈ। ਤਿੰਨਾਂ ਸਮੂਹ ਫਿਰ ਉਹ ਸਾਰੇ ਸ਼ਹੀਦਾਂ ਸਿੰਘਾਂ ਸਿੰਘਣੀਆਂ, ਸਿੰਘ ਵੀ ਤੇ ਸਿੰਘਣੀਆਂ ਵੀ ਤੇ ਭੁਜੰਗੀਆਂ ਵੀ, ਬੱਚੇ ਵੀ ਜਿਹੜੇ ਸੀਗੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਸ੍ਰੀ ਵਾਹਿਗੁਰੂ। ਇਹ ਆ ਸਾਡਾ ਇਤਿਹਾਸ। ਅਸੀਂ ਰੋਜ਼ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਪਰ ਧਿਆਨ ਨਹੀਂ ਕਦੇ ਧਰਦੇ। ਆਪਾਂ ਰੋਜ਼ ਇਹ ਗੱਲ ਕਰਦੇ ਹੁੰਦੇ ਆ ਕਿ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਜਿਨ੍ਹਾਂ ਸਿੰਘਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦਾ ਧਿਆਨ ਆਪਾਂ ਧਰੀਏ ਤਾਂ ਕਿ ਸਾਨੂੰ ਤਾਕਤ ਮਿਲੇ, ਤਾਂ ਕਿ ਅਸੀਂ ਵੀ ਉਸ ਰਾਹ ਦੇ ਉੱਤੇ ਚੱਲ ਸਕਦੇ ਹਾਂ। ਪਰ ਕਈ ਵਾਰੀ ਸੰਗਤ ਉੱਦਾਂ ਹੀ ਖੜੀ ਹੁੰਦੀ ਆ, ਧਿਆਨ ਜਿਹੜਾ ਧਰਦਾ ਉਹ ਵਿਰਲਾ ਹੀ ਹੁੰਦਾ। ਤੇ ਜੇ ਧਿਆਨ ਆਪਾਂ ਧਰੂੰਗੇ ਹਨਾ, ਤਾਂ ਕੋਈ ਮਾਂ ਨਹੀਂ ਇਹੋ ਜਿਹੀ ਜਿਸ ਨੇ ਆਪਣੇ ਬੱਚੇ ਦੇ ਕੇਸ ਕਤਲ ਕਰਾਉਣੇ ਆ। ਕਿਸੇ ਬਾਪ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਆਪਣੇ ਬੱਚੇ ਨੂੰ ਬਿਨਾਂ ਦਸਤਾਰ ਤੋਂ, ਬਿਨਾਂ ਪਟਕੇ ਤੋਂ, ਬਿਨਾਂ ਕੇਸਕੀ ਤੋਂ ਸਕੂਲ ਨੂੰ ਭੇਜੇ, ਤੇ ਨਾ ਹੀ ਕੋਈ ਦੁਸ਼ਮਣ ਦੀ ਹਿੰਮਤ ਹੋਊਗੀ ਕਿ ਖਾਲਸੇ ਪੰਥ ਨਾਲ ਦੁਬਾਰਾ ਆਡਾ ਲਵੇ। ਪਰ ਅਸੀਂ ਧਿਆਨ ਨਹੀਂ ਧਰਦੇ। ਇਸੇ ਹੀ ਕਰਕੇ ਸਾਡੇ ਵਿੱਚ ਇਹੋ ਜਿਹੀਆਂ ਪ੍ਰੋਬਲਮਸ ਆ ਗਈਆਂ, ਸਾਡੇ ਪੰਥ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮਸ ਆ ਗਈਆਂ ਕਿ ਹੁਣ ਅਸੀਂ ਬਾਣਾ ਵੀ ਛੱਡਤਾ। ਕੱਲ੍ਹ ਹੀ ਮੈਂ ਕੋਈ ਪੋਸਟ ਦੇਖ ਰਿਹਾ ਸੀ ਇੰਸਟਾਗ੍ਰਾਮ ਤੇ ਕਿਸ ਨੇ ਪਾਇਆ ਹੋਇਆ ਸੀਗਾ ਕਿ ਜੀ ਜੇ ਗੁਰੂ ਸਾਹਿਬ ਹੁਣ ਹੁੰਦੇ, ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਟਾਈਮ ਤੇ ਹੁੰਦੇ
ਤਾਂ ਉਹਨਾਂ ਨੇ ਸਾਨੂੰ ਇਹ 5 ਕਕਾਰ ਨਹੀਂ ਦੇਣੇ ਸੀਗੇ। ਉਹ ਬੰਦਾ ਕਹਿੰਦਾ ਸੀ ਕਿ ਗੁਰੂ ਸਾਹਿਬ ਨੇ ਕੇਸ ਰੱਖਣ ਦਾ ਫੈਸਲਾ ਨਹੀਂ ਕਰਨਾ ਸੀ, ਕਿਉਂਕਿ ਇਹ ਲੋਕਾਂ ਲਈ ਪ੍ਰੋਬਲਮ ਆ। ਕੰਘਾ ਰੱਖਣ ਦਾ ਫਾਇਦਾ ਨਹੀਂ, ਕਿਉਂਕਿ ਲੋਕੀ ਹੋਰ ਹੈਰ ਡਿਜ਼ਾਈਨ ਵਗੈਰਾ ਕਰਦੇ ਆ। ਕਸ਼ਹਿਰਾ ਰੱਖਣ ਦੀ ਲੋੜ ਨਹੀਂ, ਕਿਉਂਕਿ ਕੋਈ ਬਾਹਰ ਜੰਗਲਾਂ 'ਚ ਨਹੀਂ ਰਹਿੰਦਾ। ਕਿਰਪਾਨ ਦੀ ਬਿਲਕੁਲ ਹੀ ਲੋੜ ਨਹੀਂ, ਕਿਉਂਕਿ ਕਿਸੇ ਨਾਲ ਲੜਨ ਦੀ ਲੋੜ ਹੀ ਨਹੀਂ ਪੈਂਦੀ, ਸਾਡੇ ਲਈ ਪੁਲਿਸ ਹੈਗੀ ਆ। ਤੇ ਕੜਾ ਦੀ ਲੋੜ ਨਹੀਂ, ਕਿਉਂਕਿ ਜਿਹੜੇ ਬੰਦੇ ਨੇ ਜਾਣਨਾ ਆ ਕਿ ਰੱਬ ਉਹਦੇ ਨਾਲ ਆ, ਉਹਨੇ ਜਾਣਨਾ ਆ। ਸਾਨੂੰ ਕੋਈ ਦੂਜੇ ਦੀ ਲੋੜ ਨਹੀਂ, ਨਿਸ਼ਾਨੀ ਦੀ ਲੋੜ ਨਹੀਂ। ਇਹੋ ਜਿਹੇ ਲੋਕ ਪੈਦਾ ਹੋ ਗਏ ਆ ਸਾਡੇ ਪੰਥ ਦੇ ਵਿੱਚ। ਜੇ ਅੱਜ ਕਿਰਪਾਨਾਂ ਦੀ ਲੋੜ ਨਹੀਂ ਪੈਂਦੀ, ਤਾਂ ਤੁਸੀਂ ਦੱਸੋ ਮੈਨੂੰ, ਬਾਰਡਰਾਂ ਦੇ ਉੱਤੇ 2 ਵੀਕ ਦੀ ਖਬਰ ਆ, 2 ਵੀਕਾਂ ਦਾ ਖਬਰ ਆ, ਬਾਰਡਰਾਂ ਦੇ ਉੱਤੇ ਜਦੋਂ ਹਿੰਦੁਸਤਾਨ ਚਾਈਨਾ ਦਾ ਗੋਲਾਬਾਰੀ ਉੱਥੇ ਹੋਈ ਆ, ਤਾਂ ਇੱਕ ਸਿੰਘ ਫੌਜੀ ਨੇ ਆਪਣੀ ਕਿਰਪਾਨ ਕੱਢ ਕੇ 12 ਸਿਪਾਹੀ ਉਹਨਾਂ ਦੇ ਮਾਰੇ ਸੀਗੇ। ਜਦੋਂ ਉਹਨਾਂ ਕੋਲ ਕੋਈ ਸ਼ਸਤਰ ਹੋਰ ਨਹੀਂ ਰਹਿ ਗਿਆ ਸੀ, ਜਦੋਂ ਉੱਥੇ ਟ੍ਰੀਟੀ ਉਹਨਾਂ ਨੇ ਸਾਈਨ ਕੀਤੀ ਸੀ ਕਿ ਕੋਈ ਇੱਥੇ ਸ਼ਸਤਰ ਨਹੀਂ ਲੈ ਕੇ ਆਊਗਾ, ਤੇ ਜਦੋਂ ਚੀਨ ਵਾਲੇ ਪਾਸੇ ਜਿਹੜੇ ਫੌਜੀ ਸੀਗੇ ਉਹਨਾਂ ਨੇ ਗੁਪਤ ਸ਼ਸਤਰ ਲਿਆ ਕੇ ਉੱਥੇ ਲਿਆਂਦੇ, when they brought in weapons that were disguised as other items, when they brought those things in, ਤਾਂ ਫਿਰ ਉਸ ਸਿੰਘ ਨੇ ਕਿਰਪਾਨ ਕੱਢ ਕੇ, ਸ੍ਰੀ ਸਾਹਿਬ ਕੱਢ ਕੇ ਉੱਥੇ 12 ਉੱਥੇ ਚੀਨ ਦੇ ਸਿਪਾਹੀਆਂ ਨੂੰ ਮਾਰ ਦਿੱਤਾ। ਤੇ ਉਹ ਹੁਣ ਸਿੱਖ ਦੀ ਫਿਰ ਜੈ ਜੈਕਾਰ ਹੋਈ ਆ ਸਾਰੇ ਪਾਸੇ। ਹੁਣ ਤੁਸੀਂ ਦੱਸੋ ਕਿ ਇਹ ਜਿਹੜੇ ਸਾਡੇ 5 ਕਕਾਰ ਆ ਯੂਸਲੈਸ ਆ, ਜਾਂ ਗੁਰੂ ਸਾਹਿਬ ਨੇ ਕਿਸੇ ਰੀਜ਼ਨ ਵਾਸਤੇ ਦਿੱਤੇ ਸਾਨੂੰ? ਆਓ ਹੁਣ ਗੱਲ ਸ਼ੁਰੂ ਕਰੀਏ। ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਸ਼ਹੀਦ ਭਾਈ ਜੋਧ ਸਿੰਘ ਦੇ ਘਰ। ਭਾਈ ਜੋਧ ਸਿੰਘ ਇੱਕ ਸਧਾਰਨ ਸਿੱਖ, ਜਿਨ੍ਹਾਂ ਨੇ ਮਨ ਬਣਾ ਲਿਆ ਸੀ ਕਿ ਅਸੀਂ ਜਥੇ ਵਿੱਚ ਸ਼ਾਮਲ ਹੋ ਕੇ ਯੁੱਧ ਲੜਨੇ ਆ, ਜੰਗ ਲੜਨੇ ਆ, ਲੋਕਾਂ ਨੂੰ ਛਡਾਉਣਾ ਮੁਗਲਾਂ ਤੋਂ। ਤੇ ਬੀਬੀ ਧਰਮ ਕੌਰ ਦੀ ਕੁੱਖ ਤੋਂ ਪੈਦਾ ਹੋਏ ਆ। ਬੀਬੀ ਧਰਮ ਕੌਰ, ਉਹ ਆਪਣਾ ਨਾਮ ਦਾ ਪੂਰਾ ਫਰਜ਼ ਉਹਨਾਂ ਨੇ ਨਿਭਾਇਆ। ਜਦੋਂ ਭਾਈ ਜੋਧ ਸਿੰਘ ਸ਼ਹੀਦ ਹੋ ਗਏ ਸੀਗੇ ਜੰਗ ਦੇ ਵਿੱਚ, ਤਾਂ ਬੀਬੀ ਧਰਮ ਕੌਰ ਨੇ ਪੂਰਾ ਆਪਣਾ ਫਰਜ਼ ਨਿਭਾਇਆ ਧਰਮ ਦੇ ਨਾਲ, ਰਾਈਚੀਅਸ ਦੇ ਆਧਾਰ ਦੇ ਨਾਲ। ਉਹਨਾਂ ਨੇ ਧਰਮ ਨਿਭਾਇਆ ਆਪਣਾ, ਤੇ ਆਪਣੇ ਬੱਚਿਆਂ ਨੂੰ, 2 ਬੱਚਿਆਂ ਨੂੰ, ਬੀਬੀ ਤਾਰ ਕੌਰ ਤੇ ਭਾਈ ਤਾਰੂ ਸਿੰਘ ਨੂੰ ਬੜੇ ਹੀ ਸੁਚੇਤ ਢੰਗ ਨਾਲ ਤੇ ਬੜੀ ਰਹਿਤ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਨੂੰ ਰੱਖਿਆ, ਤੇ ਉਹਨਾਂ ਨੂੰ ਸਿੱਖੀ ਜੀਵਨ ਬਾਰੇ ਦੱਸਿਆ, ਸਿੱਖੀ ਜੀਵਨ ਕਿਵੇਂ ਜਿਉਣਾ ਉਹ ਦਿਖਾਇਆ। ਭਾਈ ਤਾਰੂ ਸਿੰਘ ਜੀ ਇੱਕ ਮਿਹਨਤੀ ਕਿਸਾਨ ਸੀਗੇ, ਪਰ ਕਿਸਾਨ ਹੋਣ ਦੇ ਨਾਲ ਨਾਲ ਉਹਨਾਂ ਨੇ ਸਿੱਖੀ ਸਰੂਪ ਕਦੇ ਨਹੀਂ ਛੱਡਿਆ। ਭਾਈ ਰਤਨ ਸਿੰਘ ਪੰਗੂ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਆ ਕਿ ਭਾਈ ਤਾਰੂ ਸਿੰਘ ਜਦੋਂ ਜਾਂਦੇ ਸੀਗੇ ਖੇਤਾਂ ਨੂੰ, ਜਦੋਂ ਜਾਂਦੇ ਸੀ ਤਾਂ ਨਾਮ ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ ਉਹ ਜਾਂਦੇ ਹੁੰਦੇ ਸੀ। ਤੇ ਮਿਹਨਤ ਦੀ ਕਮਾਈ ਖਾਂਦੇ ਸੀ। ਮਿਹਨਤ ਕਰਕੇ ਜਿਹੜੇ ਪੈਸੇ ਉਹਨਾਂ ਕੋਲ ਆਉਂਦੇ ਸੀ, ਉਹਨਾਂ ਦੇ ਫਿਰ ਉਹ ਘਰ ਦੇ ਵਿੱਚ ਲੰਗਰ ਲਾਉਂਦੇ ਹੁੰਦੇ ਸੀ। ਪਿੰਡ ਪੂਲੇ ਦੇ ਵਿੱਚ ਜਿਹੜਾ ਵੀ ਰਾਹਗਾਰੀ ਜਾਂਦਾ ਸੀ, any traveler who used to walk through the village of Pula, they would come to Bhai Taru Singh Ji's house, and Bhai Taru Singh Ji had turned his house into a ਧਰਮਸ਼ਾਲਾ। ਕੋਈ ਵੀ ਬੰਦਾ ਉੱਥੇ ਆ ਸਕਦਾ ਸੀ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕੋਈ ਫਰਕ ਨਹੀਂ। ਇਹ ਆ ਸਿੱਖ ਦੀ ਜੀਵਨ। ਦੇਖੋ ਭਾਈ ਤਾਰੂ ਸਿੰਘ ਜੀ ਦਾ ਜੀਵਨ ਬਚਪਨ ਤੋਂ ਹੀ ਸਿੱਖੀ ਦੇ ਵਿੱਚ ਰਹੇ ਆ, ਬਚਪਨ ਦੇ ਵਿੱਚ ਅੰਮ੍ਰਿਤ ਛਕ ਲਿਆ,
ਅੱਗੇ ਜਾ ਕੇ ਉਹਨਾਂ ਨੇ ਫਿਰ ਸਿੱਖੀ ਸਰੂਪ ਸਿੱਖੀ ਸਿਦਕ ਲਈ ਕੁਰਬਾਨ ਹੋਏ। ਤੇ ਵਿਚਾਲੇ ਜਿਹੜਾ ਉਹਨਾਂ ਦਾ ਜੀਵਨ ਸੀਗਾ, ਬਾਣੀ ਪੜ੍ਹਦੇ, ਇਤਿਹਾਸ ਪੜ੍ਹਦੇ, ਲੋਕਾਂ ਦੀ ਸੇਵਾ ਕਰਦੇ ਆ। ਤੇ ਭਾਈ ਸੁੱਖਾ ਸਿੰਘ ਦੇ ਜਥੇ ਦੇ ਵਿੱਚ ਉਹਨਾਂ ਦਾ ਕੰਮ ਹੁੰਦਾ ਸੀ ਜਾ ਕੇ ਉਸ ਜਥੇ ਦੀ ਸੇਵਾ ਕਰਨੀ ਆ। ਕਿਉਂਕਿ ਜਦੋਂ ਭਾਈ ਜੋਧ ਸਿੰਘ ਸ਼ਹੀਦ ਹੋਏ ਆ ਤਾਂ ਦੋ ਜਿਹੜੇ ਬੀਬੀ ਧਰਮ ਕੌਰ ਦੇ ਬੱਚੇ ਸੀਗੇ, ਭਾਈ ਤਾਰੂ ਸਿੰਘ ਜੀ ਤੇ ਬੀਬੀ ਤਾਰ ਕੌਰ, ਦੋਨੋਂ ਕਾਫੀ ਛੋਟੀ ਉਮਰ ਦੇ ਸੀਗੇ, ਬੱਚੇ ਹੀ ਸੀਗੇ ਹਾਲੇ। ਤਾਂ ਪਿੰਡ ਦੇ ਲੋਕਾਂ ਨੇ ਇਹ ਸਮਝੌਤਾ ਕੀਤਾ ਸੀ, ਕਿਉਂਕਿ ਉਹਨਾਂ ਨੂੰ ਪਰਿਵਾਰ ਦੇ ਉੱਤੇ ਬਹੁਤ ਉਹਨਾਂ ਦਾ ਆਪਣਾ ਅਹਿਸਾਨ ਵੀ ਸੀਗਾ ਤੇ ਉਹ ਪਰਿਵਾਰ ਦਾ ਬਹੁਤ ਰਿਸਪੈਕਟ ਕਰਦੇ ਸੀ। ਇਸ ਕਰਕੇ ਉਹਨਾਂ ਨੇ ਮਨ ਬਣਾ ਲਿਆ ਸੀ ਕਿ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਹੀ ਸਲਾਮਤ ਰੱਖਣਾ, ਤੇ ਕਿਸੇ ਨੇ ਵੀ ਪਿੰਡ ਦੇ ਵਿੱਚ ਦੱਸਣਾ ਨਹੀਂ ਮੁਗਲ ਹਕੂਮਤ ਨੂੰ ਕਿ ਇਹ ਇੱਥੇ ਰਹਿੰਦੇ ਆ। ਭਾਈ ਤਾਰੂ ਸਿੰਘ ਜੀ ਜਦੋਂ ਵੀ ਸ਼ਾਮ ਪੈ ਜਾਂਦੀ ਸੀ ਤਾਂ ਬੀਬੀ ਤਾਰ ਕੌਰ ਹਮੇਸ਼ਾ ਉਹਨਾਂ ਵਾਸਤੇ ਚੋਲਾ ਸਮਾਉਂਦੇ ਸੀਗੇ। ਤੇ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਜਾ ਕੇ ਤੇ ਜਿਹੜੇ ਚੋਲੇ ਬੀਬੀ ਤਾਰ ਕੌਰ ਉਹਨਾਂ ਵਾਸਤੇ ਸਮਾਉਂਦੇ ਸੀਗੇ ਉਹ ਲਿਆਉਂਦੇ ਸੀਗੇ ਨਾਲ। ਤੇ ਭਾਈ ਸੁੱਖਾ ਸਿੰਘ ਜੀ, ਉਹ ਭਾਈ ਸੁੱਖਾ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਸ ਭਾਈ ਸੁੱਖਾ ਸਿੰਘ ਦੇ ਫੌਜ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਲੋੜ ਸੀਗੀ ਉਹਨਾਂ ਨੂੰ ਚੋਲਾ ਦਿੰਦੇ ਸੀਗੇ, ਜਿਨ੍ਹਾਂ ਦੀ ਸੇਵਾ ਕਰ ਸਕਦੇ ਸੀ ਉਹਨਾਂ ਨੇ ਸੇਵਾ ਕੀਤੀ, ਤੇ ਜਿਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਦੀ ਲੋੜ ਸੀਗੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਉਸ ਸਮੇਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਕਿਉਂਕਿ ਸਖਤਾਈ ਸਿੰਘਾਂ ਦੇ ਉੱਪਰ ਬਹੁਤ ਵੱਧ ਗਈ ਸੀ। ਸਖਤਾਈ ਇਸ ਕਰਕੇ ਕਿਉਂਕਿ ਮੁਗਲ ਬਾਦਸ਼ਾਹ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਲਾ ਦਿੱਤੇ ਸੀ। There were bounties on the head of Sikhs। ਜਿਹੜਾ ਵੀ ਬੰਦਾ ਸਿੱਖ ਦਾ ਸਿਰ ਲਿਆ ਸਕਦਾ ਸੀ ਉਹਦੇ ਕੋਲ ਉਸ ਨੂੰ ਇੰਨੇ ਪੈਸੇ। ਇਹ ਕਿਸ ਤਰ੍ਹਾਂ ਦਾ ਸਿਸਟਮ ਸੀ ਤਾਂ ਕਿ ਉਸ ਇੱਕ ਆਵਾਜ਼ ਜਿਹੜੀ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਸਾਨੂੰ, ਉਹਨੂੰ ਬੰਦ ਕਰਾਉਣ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਇਹ ਆਵਾਜ਼ ਉੱਠੀ ਜ਼ਕਰੀਆ ਖਾਨ ਦੀ। ਤੇ ਉਸ ਵੇਲੇ ਫਿਰ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ, ਮਜਬੂਰ ਹੋ ਕੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਘੋੜਿਆਂ ਦੀ ਕਾਠੀ ਦੇ ਉੱਤੇ ਉਹਨਾਂ ਨੂੰ ਸੌਣਾ ਪਿਆ, ਫਲੋਰਾਂ ਦੇ ਉੱਤੇ ਸੌਣਾ ਪਿਆ ਉਹਨਾਂ ਨੂੰ, ਦਰਖਤਾਂ ਨੂੰ ਸਰਾਣਾ ਬਣਾ ਕੇ ਮੇਕਿੰਗ ਟਰੀਜ਼ ਇਨਟੂ ਪਿਲੋਜ਼, ਉਹਨਾਂ ਦੇ ਉੱਤੇ ਦਰਖਤਾਂ ਦੇ ਸਹਾਰੇ ਦੇ ਉੱਤੇ ਉਹਨਾਂ ਨੂੰ ਸੌਣਾ ਪਿਆ। ਪਰ ਤਾਂ ਵੀ ਕਿਸੇ ਵੀ ਸਿੱਖ ਨੇ ਧਰਮ ਨਹੀਂ ਛੱਡਿਆ ਆਪਣਾ। ਇਹ ਦੇਖੋ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਇੱਕ ਕਰਿਸ਼ਮਾ ਤੁਸੀਂ ਕਹਿ ਸਕਦੇ ਆ, ਪਰ ਕਲਗੀਧਰ ਪਾਤਸ਼ਾਹ ਦੀ ਇਹ ਵਡਿਆਈ ਆ। ਉਹਨਾਂ ਨੇ ਸਾਨੂੰ ਬਖਸ਼ਿਆ ਇਹ ਰੂਪ ਇਸੇ ਹੀ ਕਰਕੇ। ਤੁਸੀਂ ਦੇਖੋ ਇੰਡੀਆ ਦੇ ਵਿੱਚ ਇੰਨੀ ਗਰੀਬੀ ਆ, ਪੂਰੀ ਦੁਨੀਆ ਦੇ ਵਿੱਚ ਇੰਨੀ ਗਰੀਬੀ ਆ, ਪਰ ਕਦੇ ਵੀ ਤੁਸੀਂ ਕਿਸੇ ਸਿੱਖ ਨੂੰ ਮੰਗਦੇ ਹੋਏ ਨਹੀਂ ਦੇਖਣਾ, ਕਿਉਂਕਿ ਇਹ ਰੂਪ ਜਿਹੜਾ ਆ, ਇਹ ਖਾਲਸਾਈ ਰੂਪ ਜਿਹੜਾ ਆ, ਇਹ ਇਜਾਜ਼ਤ ਦਿੰਦਾ ਸਿੱਖ ਕੌਮ ਨੂੰ ਕਿ ਤੁਸੀਂ ਦੂਜਿਆਂ ਦੀ ਸੇਵਾ ਕਰੋ, ਭਾਵੇਂ ਆਪ ਭੁੱਖੇ ਸੌਣਾ ਪਵੇ। ਦੂਜਿਆਂ ਦੀ ਮਦਦ ਕਰੋ, ਭਾਵੇਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅੰਕੜ ਆਵੇ, ਤੁਸੀਂ ਦੂਜਿਆਂ ਦੀ ਸੇਵਾ ਕਰਨੀ ਆ, ਆਪਣੇ ਬਾਰੇ ਨਹੀਂ ਕਦੇ ਸੋਚਣਾ। ਤੇ ਇਹ ਆ ਖਾਲਸਾ ਜੀਵਨ। ਅੰਮ੍ਰਿਤ ਛਕ ਕੇ ਇਹ ਜੀਵਨ ਸਾਨੂੰ ਮਿਲਦਾ, ਖੰਡੇ ਦੀ ਪੌਲ ਛਕ ਕੇ। ਤੇ ਇਹ ਜੀਵਨ ਦੇ ਵਿੱਚ ਕੋਈ ਨੈਗੇਟਿਵ ਚੀਜ਼ ਤਾਂ ਹੈ ਨਹੀਂ, ਪੋਜ਼ਿਟਿਵ ਤੇ ਪੋਜ਼ਿਟਿਵ ਹੀ ਆ। So when Bhai Taru Singh Ji had started doing this, and they had kept on doing this more and more regularly, when the Sikhs were getting attacked more and more, Bhai Taru Singh Ji would spend more time in the khet so that they could raise more money and then come home, make prashada pani and then take it to the jatha with Bhai Sukha Singh। ਹਰੇਕ ਮੁਸਲਮਾਨ ਸੁਖੀ ਨਹੀਂ ਸੀਗਾ। ਸਮਝ ਕੇ ਜਿਹੜੇ ਗਰੀਬ
ਮੁਸਲਮਾਨ ਸੀਗੇ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ ਸੀ। ਜਿਵੇਂ ਕਿ ਹੁਣ ਭਾਰਤ ਦੇ ਵਿੱਚ ਹਰੇਕ ਹਿੰਦੂ ਸੁਖੀ ਨਹੀਂ ਆ। ਜਿਹੜੇ ਲੋਕ ਗਰੀਬ ਆ, ਜਿਨ੍ਹਾਂ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਆ, ਉਹ ਲੋਕ ਸੁਖੀ ਨਹੀਂ ਆ। ਅਨਫੋਰਚੂਨੇਟਲੀ ਹਕੂਮਤਾਂ ਦੀ ਇਸੇ ਤਰ੍ਹਾਂ ਰਾਹ ਰਹੀ ਆ। ਹੱਲ ਨਹੀਂ ਲੱਭਣਾ ਕਿਸੇ ਚੀਜ਼ ਦਾ, ਸਮਾਂ ਕਿ ਲੋਕਾਂ ਨੂੰ ਹੋਰ ਪ੍ਰੋਬਲਮ ਦੇ ਵਿੱਚ ਪਾਈ ਜਾਣਾ। ਹੁਣ ਤੁਸੀਂ ਅੱਜ ਵੀ ਦੇਖ ਲਓ, ਹੱਲ ਕੋਈ ਕੰਮ ਕੱਢਣਾ ਨਹੀਂ। ਅੱਜ ਕੱਲ੍ਹ ਬੜੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਆ ਜੀ ਅਸੀਂ 5 ਮਹੀਨਿਆਂ ਦੇ ਵਿੱਚ ਨਸ਼ੇ ਖਤਮ ਕਰ ਦੇਣੇ ਆ, ਅਸੀਂ ਇੰਨੇ ਤਰੱਕੀਆਂ ਕਰ ਲੈਣੇ ਆ, ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੰਦੇ ਆ। ਤੁਹਾਡੀ ਸੋਚ ਕੈਲੀਫੋਰਨੀਆ ਤੇ ਹੀ ਆ ਬਸ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਬਣਾਇਆ ਤਾਂ ਉਹਨਾਂ ਦੀ ਸੋਚ ਇਹ ਨਹੀਂ ਸੀਗੀ ਕਿ ਆਪਾਂ ਕੈਲੀਫੋਰਨੀਆ ਬਣਾਉਣਾ, ਉਹਨਾਂ ਦੀ ਇਹ ਨਹੀਂ ਸੋਚ ਸੀ ਕਿ ਆਪਾਂ ਇਹਨੂੰ ਇੰਗਲੈਂਡ ਬਣਾਉਣਾ। ਉਹਨਾਂ ਦੀ ਸੋਚ ਇਹ ਸੀਗੀ ਕਿ ਆਪਾਂ ਸਭ ਤੋਂ ਵਰਲਡ ਦਾ ਬੈਸਟ ਆਪਾਂ ਚੀਜ਼ ਬਣਾਉਣੀ ਆ। ਤੇ ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਖਿਤਾਬ ਮਿਲਿਆ ਬੈਸਟ ਲੀਡਰ ਦਾ, ਕਿਉਂਕਿ ਉਹਨਾਂ ਨੇ ਪੰਜਾਬ ਹੀ ਇਹੋ ਜਿਹਾ ਬਣਾ ਦਿੱਤਾ ਸੀਗਾ ਜਿਹੜਾ ਇੱਕ ਬੇਗਮਪੁਰਾ ਸੀਗਾ, ਜਿਹਦੇ ਵਿੱਚ ਨਾ ਕੋਈ ਗਰੀਬ ਰਹਿੰਦਾ ਸੀ, ਨਾ ਕੋਈ ਭੁੱਖਾ ਰਹਿੰਦਾ ਸੀ, ਨਾ ਕੋਈ ਇੱਥੇ ਕ੍ਰਾਈਮ ਸੀਗਾ। ਸਭ ਤੋਂ ਬੈਸਟ ਹੈਲਥ ਕੇਅਰ ਤੇ ਸਭ ਤੋਂ ਬੈਸਟ ਐਜੂਕੇਸ਼ਨ। ਤੇ ਸਾਡੇ ਜਿਹੜੇ ਲੀਡਰ ਆ ਅੱਜ ਕੱਲ੍ਹ, ਉਹ ਕਹਿੰਦੇ ਜੀ ਆਪਾਂ ਕੈਲੀਫੋਰਨੀਆ ਬਣਾ ਦੇਣਾ, ਅਸੀਂ ਫਲੋਰੀਡਾ ਬਣਾ ਦੇਣਾ। ਤੁਹਾਡੀ ਸੋਚ ਕਿੱਥੇ ਪਹੁੰਚ ਗਈ ਆ? ਕਿੱਥੇ ਹੁੰਦੀ ਸੀ ਸਾਡੀ ਸਿੱਖਾਂ ਦੀ ਸੋਚ ਕਿ ਅਸੀਂ ਕਿਸੇ ਵੀ ਤਰੀਕੇ ਬਿਨਾਂ ਅਸੀਂ ਸਿੱਖੀ ਨਹੀਂ ਛੱਡਣੀ। ਹੁਣ ਸਾਡੀ ਸਿੱਖਾਂ ਦੀ ਕੀ ਸੋਚ ਹੈ? ਆਪਾਂ ਬਾਹਰ ਆ ਜਾਂਦੇ ਹਾਂ, ਬਾਹਰ ਆ ਕੇ ਕਹਿੰਦੇ ਸਾਡੀ ਮੌਜਾਂ ਲੱਗ ਜਾਂਦੀਆਂ, ਇੱਥੇ ਮੌਜਾਂ ਲੱਗੀਆਂ ਸਾਡੇ, ਬਾਹਰ ਆ ਗਏ ਆਪਾਂ, ਹੁਣ ਤਾਂ ਪੰਥ ਚੜ੍ਹਦੀ ਕਲਾ ਦੇ ਵਿੱਚ ਆ, ਹੁਣ ਤਾਂ ਕੋਈ ਚੱਕਰ ਹੀ ਨਹੀਂ। ਸੋਚ ਦੇਖੋ ਲੋਕਾਂ ਦੀ ਹੁਣ ਕਿੱਦਾਂ ਬਦਲ ਗਈ ਆ। ਪੰਥ ਪ੍ਰਕਾਸ਼ ਜੋ ਕਿ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਜ਼ਕਰੀਆ ਖਾਨ ਨੇ ਸਿੰਘਾਂ ਦੇ ਉੱਤੇ ਸਖਤਾਈ ਸ਼ੁਰੂ ਕਰ ਦਿੱਤੀ ਸੀ ਤਾਂ ਜ਼ਕਰੀਆ ਖਾਨ ਨੇ ਆਪਣੇ ਦਰਬਾਰ ਦੇ ਵਿੱਚ ਪੁੱਛਿਆ ਸੀ ਕਿ ਸਿੱਖਾਂ ਕੋਲ ਇੰਨੀ ਤਾਕਤ ਕਿਉਂ ਆ, ਸਿੱਖ ਮਰਦੇ ਕਿਉਂ ਨਹੀਂ ਆ? ਕਿਉਂਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੁੰਦੀ ਆ, ਤੇ ਭਾਈ ਤਾਰੂ ਸਿੰਘ ਜੀ ਤੋਂ ਬਾਅਦ ਸ਼ਹੀਦ ਭਾਈ ਸੁਬੇਗ ਸਿੰਘ, ਭਾਈ ਸ਼ਹਬਾਜ਼ ਸਿੰਘ ਦੀ ਸ਼ਹੀਦੀ ਹੁੰਦੀ ਆ। ਤੇ ਜ਼ਕਰੀਆ ਖਾਨ ਹੈਰਾਨ ਹੋਇਆ ਸੀਗਾ ਕਿ ਆਖਰ ਇਹ ਸਿੱਖਾਂ ਦੇ ਵਿੱਚ ਹੈ ਕੀ ਆ। ਤੇ ਉੱਥੇ ਅਕਲਦਾਸ ਦੇ ਨਾਂ ਦਾ ਨਵਾਬ ਉੱਥੇ ਬੋਲਿਆ, ਕਹਿੰਦਾ ਕਿ ਇਹ ਸਿੱਖਾਂ ਕੋਲ ਕੁਛ ਨਹੀਂ ਆ, ਨਾ ਕੋਈ ਜ਼ਮੀਨ ਆ ਇਹਨਾਂ ਕੋਲ, ਨਾ ਕੋਈ ਥਾਂ ਟਿਕਾਣਾ ਆ ਇਹਨਾਂ ਦਾ, ਇਸ ਕਰਕੇ ਟੈਕਸ ਨਹੀਂ ਭਰਦੇ ਤੇ ਇਸੇ ਕਰਕੇ ਉਹ ਮਿਨੀਮਲਿਸਟਿਕ ਲਾਈਫ ਜਿਉਂਦੇ ਆ। They live a minimal life and they are happy with that life as long as they have their ਸਿੱਖ ਧਰਮ। and ਜ਼ਕਰੀਆ ਖਾਨ ਨੇ ਫਿਰ ਪੁੱਛਿਆ ਇਹਨਾਂ ਕੋਲ ਕੀ ਆ, ਐਸਾ ਕੀ ਤਾਕਤ ਆ ਇਹਨਾਂ ਕੋਲ, ਇਹੋ ਜੀ ਚੀਜ਼ ਕੀ ਆ ਜਿਹੜੇ ਮਰਨ ਸਮੇਂ ਵੀ ਇਹ ਛੱਡਣ ਨੂੰ ਤਿਆਰ ਨਹੀਂ। ਤੇ ਉੱਥੇ ਸਿੱਖਾਂ ਦਾ ਪੱਕਾ ਵੈਰੀ ਹਰਭਗਤ ਨਿਰੰਜਣਾ ਉੱਥੇ ਬੋਲਿਆ ਤੇ ਉਹ ਕਹਿੰਦਾ ਸੀ ਕਿ ਹਜ਼ੂਰ ਇਹਨਾਂ ਕੋਲ, ਇਹਨਾਂ ਦੇ ਵਿੱਚ ਇੰਨਾ ਦਮ ਆ ਕਿ ਜਦ ਤੱਕ ਉਹਨਾਂ ਨੇ ਆਪਣੇ ਭਰਾਵਾਂ ਨੂੰ ਨਹੀਂ ਛਕਾਇਆ, ਜਦ ਤੱਕ ਕੋਈ ਬੰਦਾ ਉੱਥੇ ਭੁੱਖਾ ਆ ਉਹਨਾਂ ਸਾਹਮਣੇ, ਉਦੋਂ ਤੱਕ ਇਹ ਰੋਟੀ ਨਹੀਂ ਖਾਂਦੇ। ਜਦ ਤੱਕ ਕਿਸੇ ਦੇ ਉੱਤੇ ਅਤਿਆਚਾਰ ਹੁੰਦਾ ਹੈ ਚੈਨ ਨਾਲ ਨਹੀਂ ਬੈਠਦੇ, ਤੇ ਜਦ ਤੱਕ ਕਿਸੇ ਨਾਲ ਦੁੱਖ ਤਕਲੀਫ ਹੁੰਦੀ ਆ ਇਹ ਫਿਰ ਚੁੱਪ ਵੀ ਨਹੀਂ ਬੈਠਦੇ। ਹਰਭਗਤ ਨਿਰੰਜਨ ਨੇ ਦੱਸਿਆ ਕਿ ਇੱਕ ਪੂਲੇ ਦੇ ਵਿੱਚ ਰਹਿੰਦਾ ਭਾਈ ਤਾਰੂ ਸਿੰਘ। There is a guy that lives in the village of Pula and his name is Taru Singh. This Taru Singh has a little bit of land and he spends his time sowing his land in the mornings, but then at night times he takes what he has sowed, he pays the officials and he goes and helps the Sikh Baghis, the Sikh Kafirs that are hiding in the jungles, and he goes to make sure that they have some food, some water, some provisions to survive. And he helps them in that way. He gives them new clothes that are homespun, that are made at home. And he ensures that they have a good life even when they're fighting in our yuddhs. This is one of the reasons why we're not able to finish them off. And following this report by Harbhagat Niranjana, Bhai Taru Singh ji was then arrested
and brought to Lahore. When Bhai Taru Singh Ji was brought into Lahore in front of Zakaria Khan, Zakaria Khan spent a very, very long time grilling Bhai Taru Singh Ji, trying to understand why he was wasting his life in this Sikh roop. Because to him it was a waste of time, but to Bhai Taru Singh Ji it was a way of life. And he said to Bhai Taru Singh Ji, he said, why are you so hell-bent on staying in this Sikh roop? And Bhai Taru Singh Ji said, because my Guru gave me this saroop and I cannot. ਜਦੋਂ ਗੁਰੂ ਸਾਹਿਬ ਨੇ ਮੈਨੂੰ ਇਹ ਚੀਜ਼ ਬਖਸ਼ੀ ਆ ਤਾਂ ਫਿਰ ਮੈਂ ਕਿਉਂ ਛੱਡਾਂ? ਜਦੋਂ ਮੇਰੇ ਗੁਰੂ ਨੇ ਮੈਨੂੰ ਦਿੱਤਾ ਇਹ ਸਰੂਪ, ਜਦੋਂ ਮੇਰੇ ਗੁਰੂ ਨੇ ਦਿੱਤਾ ਇਹ ਧਰਮ, ਜਦੋਂ ਮੇਰੇ ਗੁਰੂ ਨੇ ਦਿੱਤਾ ਇਹ ਸ੍ਰੀ ਸਾਹਿਬ ਜਿਵੇਂ ਜਿਹੜਾ ਮੈਂ ਗਾਤਰੇ ਤੇ ਪਾਇਆ ਹੋਇਆ ਆ, ਇੱਕ ਸੁੰਦਰ ਦਸਤਾਰ ਮੈਨੂੰ ਰਾਜਿਆਂ ਵਾਂਗੂ ਗੁਰੂ ਸਾਹਿਬ ਨੇ ਰੱਖਿਆ, ਮੈਂ ਕਿਉਂ ਉਹਨੂੰ ਛੱਡਾਂ? ਕਿਹੜੀ ਤਾਕਤ ਆ ਤੇਰੇ ਕੋਲ ਜਿਹੜਾ ਛਡਾ ਸਕੇ ਮੇਰੇ ਤੋਂ? ਤਾਂ ਗੁੱਸੇ ਦੇ ਵਿੱਚ ਆ ਕੇ ਜ਼ਕਰੀਆ ਖਾਨ ਨੇ ਫਤਵਾ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਨੂੰ ਪਹਿਲਾਂ ਚੜਖੜੀਆਂ ਤੇ ਚੜਾਇਆ ਜਾਵੇ। ਚੜਖੜੀਆਂ ਉਸ ਸਮੇਂ ਉਹਨਾਂ ਦੇ ਉੱਤੇ there were no spikes on the chadkhadis like there were at the time of Bhai Shobeg Singh, Bhai Shahbaz Singh. Those were specially added by Lakhpat Rai to punish Bhai Shobeg Singh and Bhai Shahbaz Singh. At the time, these chadkhadis were very capable though of crushing bones. And that was the idea, to crush the spirit of Bhai Taru Singh Ji. When Bhai Taru Singh Ji was tied onto the chadkhadi, Zakaria Khan asked him again that this ain't no game. ਇਹ ਕੋਈ ਖੇਡ ਨਹੀਂ ਆ। ਜਦੋਂ ਚੜਖੜੀ ਆਪਾਂ ਚਲਾ ਦਿੱਤੀ ਤੇਰੇ ਸਾਰੀਆਂ ਹੱਡੀਆਂ ਟੁੱਟ ਜਾਣੀਆਂ। ਭਾਈ ਤਾਰੂ ਸਿੰਘ ਜੀ ਨੇ ਹੱਸ ਕੇ ਕਿਹਾ, ਉਹ ਕਹਿੰਦੇ ਅੱਜ ਤਾਂ ਜ਼ੁਲਮ ਤੇ ਸਬਰ ਦੀ ਪਰਖਿਆ। This is a muqabla now that will happen with my sidq, my saroop of Guru Sahib. How far will that saroop take me, and how far will your punishments, how far will your tyranny go? How far is your tyranny willing to go? Will it withstand my Guru's sidq or not? ਗੁੱਸੇ ਦੇ ਵਿੱਚ ਜ਼ਕਰੀਆ ਖਾਨ ਨੇ ਹੁਕਮ ਕੀਤਾ ਤਾਂ ਜਲਾਦਾਂ ਨੇ ਚੜਖੜੀ ਕਮਾਉਣ ਲੱਗ ਪਏ ਸੀ ਤੇ ਗੁਰੂ ਦੇ ਸਿੰਘ ਨੇ ਉਸ ਟਾਈਮ ਤੇ ਜਕਾਰਾ ਛੱਡ ਕੇ ਆਪਣਾ ਫਤਵਾ ਖੁਸ਼ੀ-ਖੁਸ਼ੀ ਕਬੂਲ ਕੀਤਾ। ਉਸ ਸਮੇਂ ਜ਼ਕਰੀਆ ਖਾਨ ਨੂੰ ਇੰਜ ਲੱਗਦਾ ਸੀ ਕਿ ਭਾਈ ਤਾਰੂ ਸਿੰਘ ਜੀ ਨੇ ਉੱਥੇ ਹੀ ਸ਼ਹੀਦੀ ਪਾ ਲੈਣੀ ਸੀ, ਪਰ ਗੁਰੂ ਸਾਹਿਬ ਨੇ ਇੱਕ ਇਹੋ ਜਿਹਾ ਖੇਡ ਉਹਨਾਂ ਲਈ ਰਚਾਇਆ ਸੀਗਾ ਜਿਹੜਾ ਹੁਣ ਦੁਨੀਆ ਦੇ ਵਿੱਚ ਮਿਸਾਲ ਬਣ ਚੁੱਕੀ ਆ। ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਤਾਰੂ ਸਿੰਘ ਹਾਲੇ ਤੱਕ ਮਰਿਆ ਨਹੀਂ ਤਾਂ ਭਾਈ ਤਾਰੂ ਸਿੰਘ ਜੀ ਨੂੰ ਖਿੱਚ ਕੇ ਫਿਰ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਫੇਰ ਲੈ ਕੇ ਜਾਂਦਾ ਗਿਆ। When Bhai Taru Singh Ji was brought into the darbar of Zakaria Khan once again, Lakhpat Rai ਉੱਥੇ ਬਹਿ ਕੇ he tried to tease Bhai Taru Singh Ji. He said, ਚੜਕੀ ਦਾ ਸਵਾਦ ਕਿਵੇਂ ਲੱਗਿਆ ਹੁਣ? Did you enjoy that? ਤੈਨੂੰ ਸਵਾਦ ਆਇਆ ਹੁਣ? ਮੁਗਲ ਹਕੂਮਤ ਦੇ ਨਾਲ ਆਡਾ ਲੈਣ ਦਾ ਤੈਨੂੰ ਹੁਣ ਸਵਾਦ ਆ ਗਿਆ? ਭਾਈ ਤਾਰੂ ਸਿੰਘ ਜੀ ਨੇ ਹੱਸ ਕੇ ਉਹਨੂੰ ਜਵਾਬ ਦਿੱਤਾ ਕਿ ਚੜਖੜੀ ਦਾ ਜਿਹੜਾ ਸਵਾਦ ਆ ਹਨਾ, ਉਹ ਟੇਸਟ ਕਰਕੇ ਹੀ ਪਤਾ ਲੱਗਦਾ। ਜੇ ਤੂੰ ਟੇਸਟ ਕਰਨਾ ਚਾਹੁੰਦਾ ਤਾਂ ਬੇਸ਼ੱਕ ਚੜ ਜਾ ਚੜਖੜੀ ਤੇ। ਤਾਂ ਉਸ ਸਮੇਂ ਨਵਾਬ ਜਿਹੜੇ ਸੀਗੇ ਉੱਥੇ ਬੈਠੇ ਦਰਬਾਰ ਦੇ ਵਿੱਚ, ਉਹ ਹੈਰਾਨ ਸੀਗੇ ਕਿ ਇੰਨੀ ਹਾਲਤ ਦੇ ਵਿੱਚ ਵੀ ਭਾਈ ਤਾਰੂ ਸਿੰਘ ਪੂਰੇ ਜੋਸ਼ ਦੇ ਨਾਲ ਆਪਣੇ ਜਵਾਬ ਦੇ ਰਹੇ ਸੀਗੇ। ਉਸ ਸਮੇਂ ਫਿਰ ਜ਼ਕਰੀਆ ਖਾਨ ਨੇ ਪੁੱਛਿਆ ਭਾਈ ਤਾਰੂ ਸਿੰਘ ਜੀ ਨੂੰ ਇੱਕ ਵਾਰੀ ਹੋਰ, ਕਹਿੰਦੇ ਕਿ ਮੈਂ ਤੇਰਾ ਇਲਾਜ ਕਰਵਾ ਸਕਦਾ, ਤੂੰ ਸਿੱਖੀ ਛੱਡ ਦੇ, ਇਸਲਾਮ ਧਾਰਨ ਕਰ ਲਾ ਤਾਂ ਤੈਨੂੰ ਆਪਾਂ ਕੁਛ ਨਹੀਂ ਕਹਿੰਦੇ ਆ, ਐਸ਼ੋ ਆਰਾਮ ਮਹਿਲ ਰਾਜ ਜੋ ਵੀ ਤੈਨੂੰ ਚਾਹੀਦਾ ਮਿਲੂਗਾ। ਤਾਂ ਭਾਈ ਤਾਰੂ ਸਿੰਘ ਜੀ ਨੇ
ਹਾਸੇ ਵਿੱਚ ਕਹਿਤਾ ਕਿ ਜੇ ਤੂੰ ਇੰਨੇ ਸਿੰਘਾਂ ਨੂੰ, ਇੰਨੇ ਤੂੰ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ, ਇੰਨੇ ਸਿੱਖਾਂ ਨੂੰ ਤੂੰ ਬੇਰਹਿਮੀ ਨਾਲ ਸ਼ਹੀਦ ਕੀਤਾ, ਭਿਆਨਕ ਤਸੀਹੇ ਦੇ ਕੇ ਤੂੰ ਸਿੱਖਾਂ ਨੂੰ ਸ਼ਹੀਦ ਕੀਤਾ, ਕਿਸੇ ਵੀ ਸਿੱਖ ਨੇ ਤੇਰੀ ਗੱਲ ਨਹੀਂ ਮੰਨੀ। ਜੇ ਤੂੰ ਹਾਲੇ ਤੱਕ ਇਹੀ ਗੱਲ ਤੂੰ ਕਰ ਰਿਹਾ ਤਾਂ ਇਹ ਇੱਕ ਨਿਸ਼ਾਨੀ ਆ ਕਿ ਤੂੰ ਪਾਗਲ ਹੋਣ ਨੂੰ ਫਿਰਦਾ ਆ, that you will lose your mind. And it's very true, because Albert Einstein says a very famous quote, that saying that doing the same thing but expecting different results is the first nishani, it's the first symptom of insanity. And that was unfortunately the harsh truth about the Mughal Saltanat. It was an insane rule. People were being hurt for no reason. They thought they were doing it for their dharam, and really they were hurting more people than they were saving. याद रखियो दरबार गुरु दा, इस दरबार दे विच चलना बहुत औखा आ। खन्नियो तिखी वालों निक्की इत मार्ग जाना। गुरु साहब कहंदे आ ਇਹ ਤਲਵਾਰ ਨਾਲੋਂ ਵੀ ਤਿੱਖਾ ਆ ਤੇ ਵਾਲ ਨਾਲੋਂ ਵੀ ਨਿੱਕਾ ਆ, ਪਰ ਇਹ ਰਾਹ ਜਿਹੜਾ ਹੈ ਗੁਰੂ ਸਾਹਿਬ ਦਾ ਰਾਹ ਆ, ਤੇ ਰਾਹ ਦੇ ਉੱਤੇ ਚੱਲਦੇ ਆ ਮੈਂ ਤੇਰੇ ਨਾਲ ਹਮੇਸ਼ਾ ਆ। ਗੁਰੂ ਦਾ ਪੱਲਾ ਜਦੋਂ ਹਨਾ ਆਪਾਂ ਛੱਡਦੇ ਆ ਤਾਂ ਗੁਰੂ ਫੇਰ ਵੀ ਸਾਡੇ ਕੋਲ ਰਹਿੰਦਾ, ਬਸ ਸਾਡੀ ਆਤਮਾ ਜਿਹੜੀ ਆ, ਸਾਡੀ ਅੰਦਰ ਦੀ ਆਵਾਜ਼ ਨੂੰ ਕਈ ਵਾਰੀ ਸੁਣਨਾ ਪੈਂਦਾ। ਭਾਈ ਤਾਰੂ ਸਿੰਘ ਜੀ ਨੇ ਅੱਗਿਓਂ ਜਵਾਬ ਦਿੱਤਾ, ਕਹਿੰਦੇ ਜੀ ਮੇਰੀ ਸਿੱਖੀ, ਗੁਰੂ ਸਾਹਿਬ ਨੇ ਮੈਨੂੰ ਹੁਕਮ ਕੀਤਾ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਚਾਹੀਦੀ ਆ ਤੇ ਮੈਂ ਨਿਭਾਵਾਂਗਾ। ਤੇ ਉਸ ਸਮੇਂ ਜ਼ਕਰੀਆ ਖਾਨ ਨੇ ਦੇਖਿਆ ਕਿ ਭਾਈ ਤਾਰੂ ਸਿੰਘ ਜੀ ਨੂੰ ਕੇਸਾਂ ਦਾ ਬੜਾ ਮਾਣ ਆ। ਉਹਨੇ ਕੇਸਾਂ ਬਾਰੇ ਅਪਸ਼ਬਦ ਬੋਲੇ, ਕਹਿੰਦੇ ਤੇਰੇ ਕੇਸਾਂ ਨੂੰ ਮੈਂ ਥੱਲੇ ਲਾ ਕੇ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ 'ਚ ਮੈਂ ਸਵਾਸ ਕੱਢੂੰਗਾ ਤੇ ਤੇਰੇ ਕੇਸਾਂ ਨੂੰ ਕੱਟ ਕੇ ਤੇਰੇ ਗੁਰੂ ਸਾਹਮਣੇ ਮੈਂ ਪੇਸ਼ ਕਰਾਂਗਾ। ਬਹੁਤ ਮਾੜੀ ਸ਼ਬਦਾਵਲੀ ਜਿਹੜੀ ਹੁਣ ਕਹਿਣੀ ਵੀ ਨਹੀਂ ਚਾਹੀਦੀ ਆ, ਪਰ ਸਾਡਾ ਇਤਿਹਾਸ ਆ, ਸਾਨੂੰ ਭੁੱਲਣਾ ਨਹੀਂ ਚਾਹੀਦਾ। ਇੱਦਾਂ ਦੀ ਸ਼ਬਦਾਵਲੀ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਬੋਲਿਆ ਤੇ ਭਾਈ ਤਾਰੂ ਸਿੰਘ ਜੀ ਨੇ ਗੁੱਸੇ ਦੇ ਵਿੱਚ ਅੱਗਿਓਂ ਜਵਾਬ ਦਿੱਤਾ ਕਿ ਜੁੱਤੀਆਂ ਤੇਰੇ ਸਿਰ ਵਿੱਚ ਪੈਣਗੀਆਂ ਤੇ ਖਾਲਸਾ ਤੈਨੂੰ ਆਪਣੇ ਅੱਗੇ ਲਾ ਕੇ ਲਿਜਾਵੇਗਾ। ਮਤਲਬ ਕਿ ਤੇਰੇ ਸਿਰ ਦੇ ਵਿੱਚ you will be beaten in your head with juttiyan, with shoes, and before I die I will make sure that you die first. ਅਸੀਂ ਸਟਾਰਟਿੰਗ ਦੇ ਵਿੱਚ ਸ਼ਬਦ ਪੜਿਆ ਸੀ, ਗੁਰਮੁਖ ਪਰੇ ਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ, ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਇਹ ਸੱਚ ਕਮਾਇਆ ਭਾਈ ਤਾਰੂ ਸਿੰਘ ਜੀ ਨੇ, ਨਾਮ ਧਨ ਦਾ ਸੱਚ ਤੇ ਫਿਰ ਸੱਚ ਹਿਰਦੈ ਮੂੰਹੋਂ ਸੱਚ, ਸੱਚ ਸੁਹਾਇਆ। ਸੱਚ ਉਹਨਾਂ ਨੇ ਬੋਲਿਆ, ਸੱਚ ਉਹਨਾਂ ਨੇ ਕੀਤਾ ਤੇ ਸੱਚ ਉਹਨਾਂ ਨੇ ਕਰਵਾਇਆ। ਗੁਰਮੁਖ ਜਨਮ ਸਵਾਰ ਤੇ ਜਗਤ ਤਰਾਇਆ। ਫਿਰ ਗੁਰੂ ਦਾ ਜਿਹੜਾ ਸਿੱਖ ਆ ਉਹ ਫਿਰ ਜਨਮ ਵੀ ਸਵਾਰਦਾ ਆਪਣਾ ਤੇ ਜਗਤ ਨੂੰ ਵੀ ਤਾਰਦਾ। ਤੇ ਭਾਈ ਤਾਰੂ ਸਿੰਘ ਜੀ ਨੇ ਇਸ ਬਚਨ ਨਾਲ ਜ਼ਕਰੀਆ ਖਾਨ ਦੇ ਉੱਤੇ ਮੋਹਰ ਲਾਤੀ, ਇੱਕ ਫਿਨਿਸ਼ਿੰਗ ਸਟੈਂਪ ਲਾਤੀ ਜ਼ਕਰੀਆ ਖਾਨ ਦੇ, ਐਂਡ ਹੀ ਹੈਡ ਸੀਲਡ ਹਿਸ ਫੇਟ। ਨੈਕਸਟ ਦਿਨ ਫਤਵਾ ਦਿੱਤਾ ਗਿਆ ਕਿ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟੇ ਜਾਣਗੇ। ਹੁਣ ਕਈ ਲੋਕ ਚਤਰ ਲੋਕ ਸਾਡੇ ਪੰਥ ਦੇ ਵਿੱਚ ਪੈਦਾ ਹੋ ਗਏ ਆ ਜਿਹੜੇ ਕਹਿੰਦੇ ਕੇਸ ਕਟਾਉਣ ਨਾਲ ਕਿਹੜਾ ਉਹਨਾਂ ਦਾ ਕੋਈ ਧਰਮ ਲੱਥ ਜਾਣਾ ਸੀ। ਸਾਡੇ ਜਿਹੜੇ ਕੇਸ ਆ ਹਨਾ, ਇਹ ਕੋਈ ਮਾਮੂਲੀ ਚੀਜ਼ ਨਹੀਂ ਆ, ਇਹਦੇ ਵਿੱਚ ਤਾਕਤ ਬਹੁਤ ਆ। Again, I'm not saying that anyone who doesn't cut their case isn't a Sikh, ਪਰ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ। ਜਿਹੜਾ ਬੰਦਾ ਗੁਰੂ ਦੀ ਗੱਲ ਨੂੰ ਢਾਲਦਾ ਆ ਉਹ ਸਿੱਖ ਨਹੀਂ ਹੋ ਸਕਦਾ। ਗੁਰੂ ਦਾ ਹੁਕਮ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਵਿਰਾਜਮਾਨ ਆ, ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਹੜਾ ਗੁਰਮੁਖ ਆ, ਜਿਹੜਾ ਗੁਰੂ ਦੇ ਵਿੱਚ ਰੱਜਿਆ ਹੋਇਆ,
ਉਹ ਹਰੇਕ ਵਾਲ ਤੋਂ ਗੁਰੂ ਦਾ ਸਿਮਰਨ ਕਰਦਾ। ਕੱਲੇ ਇੱਕ ਵਾਲ ਨਹੀਂ ਕੰਮ ਸਾੜਦਾ, ਸਾਰਾ ਕੁਝ ਲਾ ਕੇ ਉਹਦੇ ਨਾਲ ਨਹੀਂ ਕੰਮ ਸਾੜਦਾ। ਗੁਰੂ ਸਾਹਿਬ ਕਹਿੰਦੇ ਆ ਕਿ ਸਿੱਖ ਜਿਹੜਾ ਆ ਉਹ ਰੋਮ ਰੋਮ ਤੇ ਆਉਂਦਾ ਗੁਰੂ ਸਾਹਿਬ ਨੂੰ। ਮੈਂ ਲਾਸਟ ਕਥਾ ਦੇ ਵਿੱਚ ਵੀ ਇੱਕ ਉਦਾਹਰਨ ਦਿੱਤੀ ਸੀ, ਇੱਕ ਐਗਜ਼ਾਮਪਲ ਦਿੱਤਾ ਸੀ ਗੁਰੂ ਸਾਹਿਬ ਨੇ ਕੀ ਲਿਖਿਆ ਆ। ਬਿਨਾ ਤੇਗ ਕੇ ਸੰਗ ਦੇਵੋ ਨਾ ਦਿਦਾਰੇ। ਸ਼ਸਤਰਾਂ ਤੋਂ ਬਿਨਾ ਤੁਸੀਂ ਗੁਰੂ ਦੇ ਦੀਦਾਰੇ ਨਹੀਂ ਕਰ ਸਕਦੇ ਤੇ ਕੇਸਾਂ ਤੋਂ ਬਿਨਾ ਤੁਸੀਂ ਗੁਰੂ ਦੇ ਦੀਦਾਰੇ ਨਹੀਂ ਕਰ ਸਕਦੇ। ਦੋ ਚੀਜ਼ਾਂ ਇਹ ਸਾਡੇ ਬਾਪੂ ਕਹਿ ਗਿਆ, ਇਹ ਦੋ ਚੀਜ਼ਾਂ ਸਾਡੇ ਗੁਰੂ ਸਾਹਿਬ ਨੇ ਕਹਿ ਦਿੱਤਾ। ਪਰ ਅਸੀਂ ਹੁਣ ਜੇ ਅਸੀਂ ਸਮਝਣਾ ਤਾਂ ਅਸੀਂ ਸਮਝਾਂਗੇ, ਨਹੀਂ ਸਮਝਣਾ ਨਾ ਸਮਝੋ। ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸਾਨੂੰ ਮਿਲ ਸਕਦੇ ਜੇ ਦੋ ਚੀਜ਼ਾਂ ਸਾਡੇ ਕੋਲ ਹੈ ਨਹੀਂ। ਸੰਤ ਸਿਪਾਹੀ ਦਾ ਰੂਪ ਨਾ ਹੋਵੇ ਤਾਂ ਫਿਰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ। ਕਾਫੀ ਵਧੀਆ ਕਵਿਤਾ ਕਿਸੇ ਨੇ ਲਿਖੀ ਸੀ, ਭੇਡਾਂ ਵਾਂਗੂ ਸ਼ੇਰ ਕਦੇ ਮੁੰਨੇ ਨਹੀਂ ਜਾਂਦੇ। ਤੇ ਤੁਸੀਂ ਦੇਖੋ ਜਿਹੜਾ ਸ਼ੇਰ ਹੁੰਦਾ, a lion's mane remains intact। ਜੇ ਕੋਈ ਵਾਲ ਪੁੱਟਣ ਦੀ ਕੋਸ਼ਿਸ਼ ਕਰੇ ਤਾਂ ਸ਼ੇਰ ਉਹਨੂੰ ਖਾ ਜਾਂਦਾ ਆ। ਪਰ ਜਿਹੜੀਆਂ ਭੇਡਾਂ ਆ, ਜਿਹੜੇ ਸ਼ੀਪ ਆ, ਉਹਨਾਂ ਦਾ ਰੋਜ਼ 2-3 ਮਹੀਨੇ ਬਾਅਦ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਨਾਈਆਂ ਦੇ। ਬਿਨਾ ਕੇਸ ਦਸਤਾਰ ਕਿਵੇਂ ਸਰਦਾਰ ਕਹਾਵੇਂਗਾ ਤੂੰ? ਦਾੜੀ ਕੇਸਾਂ ਬਿਨਾ ਕਿਵੇਂ ਤੂੰ ਸਰਦਾਰ ਕਹਾਵੇਂਗਾ ਆਪਣੇ ਆਪ ਨੂੰ? ਸਰਦਾਰ ਉਹ ਹੁੰਦਾ ਜਿਹੜਾ ਸਿਰ ਤਲੀ ਤੇ ਧਰ ਕੇ ਉਹ ਲੜ ਸਕਦਾ। ਤੇ ਕਿਹਨੇ ਸਿਰ ਤਲੀ ਤੇ ਧਰ ਕੇ ਲੜਿਆ? ਧੰਨ ਧੰਨ ਬਾਬਾ ਦੀਪ ਸਿੰਘ ਜੀ। ਤੇ ਉਹਨਾਂ ਕੋਲ ਕੀ ਸੀਗਾ? ਕੇਸ ਵੀ ਸੀਗੇ ਤੇ ਸ਼ਸਤਰ ਵੀ ਸੀਗੇ, ਸਿੱਖੀ ਸਰੂਪ ਵੀ ਸੀਗਾ ਉਹਨਾਂ ਕੋਲ। ਇਹ ਚੀਜ਼ਾਂ ਜ਼ਰੂਰ ਚਾਹੀਦੀਆਂ ਸਾਨੂੰ। ਇਹ ਕੋਈ ਇਦਾਂ ਦੀ ਚੀਜ਼ ਨਹੀਂ ਆ ਕਿ ਹੁਣ ਟਾਈਮ ਬਦਲ ਗਿਆ ਤੇ ਸਾਨੂੰ ਵੀ ਬਦਲਣਾ ਚਾਹੀਦਾ। ਟਾਈਮ ਬਦਲ ਗਿਆ, ਸਾਨੂੰ ਬਦਲਣਾ ਚਾਹੀਦਾ ਇਹਨਾਂ ਗੱਲਾਂ ਤੇ ਕਿ ਅਸੀਂ ਹੁਣ ਕਿਉਂ ਆਪਸ ਦੇ ਵਿੱਚ ਲੜੀ ਜਾਂਦੇ ਆ। ਇਸ ਗੱਲ ਤੇ ਸਾਨੂੰ ਬਦਲਣਾ ਕਰਨਾ ਚਾਹੀਦਾ। ਸਾਨੂੰ ਇਸ ਗੱਲ ਤੇ ਬਦਲਾਵ ਕਰਨਾ ਚਾਹੀਦਾ ਕਿ ਜਿਹੜਾ ਜਾਤਾਂ ਪਾਤਾਂ ਦਾ ਕਾਂਡ ਅਸੀਂ ਸ਼ੁਰੂ ਕੀਤਾ ਹੈ ਪੰਥ ਦੇ ਵਿੱਚ, ਉਹਦੇ ਵਿੱਚ ਸਾਨੂੰ ਬਦਲਾਵ ਕਰਨਾ ਚਾਹੀਦਾ। ਜਿਹੜੀਆਂ ਚੀਜ਼ਾਂ ਨੂੰ ਚੇਂਜ ਕਰਨੀਆਂ ਚਾਹੀਦਾ ਉਹ ਚੀਜ਼ਾਂ ਸਾਨੂੰ ਚੇਂਜ ਕਰਨੀਆਂ ਚਾਹੀਦਾ। ਜਿਹੜੀਆਂ ਚੀਜ਼ਾਂ ਸਾਡੇ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਉਹ ਕਿਉਂ ਆਪਾਂ ਚੇਂਜ ਕਰੀਏ? ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤੇ ਸੀ ਉਹ ਕਿਉਂ ਆਪਾਂ ਚੇਂਜ ਕਰੀਏ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮਾਂ ਦੇ ਵਿੱਚ ਵੀ ਇਹ ਵੀ ਗੱਲ ਲਿਖੀ ਹੋਆ ਕਿ ਭਾਦਮੀ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਵਣੀ, ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। Number 37, Guru Sahib says that, and Guru Sahib is talking to fathers and they're saying that don't give your daughters to a household that cuts their hair, that doesn't care about Akal Purkh Sikhi। ਉਸ ਘਰ ਦੇਵੋ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। ਇਹ ਗੁਰੂ ਸਾਹਿਬ ਦਾ ਹੁਕਮ ਆ, ਮੈਂ ਆਪਣੇ ਕੋਲੋਂ ਨਹੀਂ ਬਣਾਇਆ ਆ, ਤੁਸੀਂ ਬੇਸ਼ੱਕ ਦੇਖ ਲਿਓ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ। 52 ਹੁਕਮਸ ਆਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਖਾਲਸੇ ਦੀ ਜ਼ਿੰਦਗੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਸਿੱਖ ਦੀ ਜ਼ਿੰਦਗੀ ਹੋਣੀ ਚਾਹੀਦੀ ਆ। ਸਿੱਖ ਤੇ ਖਾਲਸਾ ਕੋਈ ਵੱਖਰੀ ਚੀਜ਼ ਨਹੀਂ ਆ। ਸਿੱਖ ਉਦੋਂ ਬਣਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਚਰਨ ਪੌਲ ਛਕਦੇ ਸੀ, ਤੇ ਹੁਣ ਗੁਰੂ ਸਾਹਿਬ ਨੇ ਚਰਨ ਪੌਲ ਨਹੀਂ ਸਾਨੂੰ ਛਕਣ ਨੂੰ ਕਿਹਾ, ਹੁਣ ਕਹਿੰਦੀ ਖੰਡੇ ਦੀ ਪੌਲ ਛਕੋ। ਮਤਲਬ ਕਿ ਤੁਸੀਂ ਸਿੱਖ ਉਸ ਦਿਨ ਤੋਂ ਹੀ ਬਣ ਗਏ ਜਿਸ ਦਿਨ ਤੋਂ ਤੁਸੀਂ ਗੁਰੂ ਸਾਹਿਬ ਦਾ ਅੰਮ੍ਰਿਤ ਪਾਨ ਕੀਤਾ। ਸਹੀ ਮਾਇਨਿਆਂ 'ਚ ਉਦੋਂ ਸਿੱਖ ਬਣਦਾ। ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ, ਵਿਚਾਰਨੀਆਂ ਚਾਹੀਦੀਆਂ ਕਿ ਕਿਉਂ ਹੁਣ ਅਸੀਂ ਉਸ ਗੱਲ ਨੂੰ ਆਪਾਂ ਛੱਡ ਚੁੱਕੇ ਹਾਂ, ਕਿਉਂ ਅਸੀਂ ਇਸ ਰਹਿਤ ਨੂੰ ਆਪਾਂ ਛੱਡ ਚੁੱਕੇ ਹਾਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇੰਨੀ ਕੁਰਬਾਨੀਆਂ ਕਰਕੇ ਆਪਣਾ ਪਹਿਲਾਂ ਸਰਬੰਸ ਵਾਰਿਆ, ਇੰਨੇ ਸਿੱਖ ਸ਼ਹੀਦ ਹੋਏ ਆ ਇਸ ਸਰੂਪ ਲਈ, ਤੇ ਤਾਂ ਵੀ ਅਸੀਂ ਇਸ ਸਰੂਪ ਨੂੰ ਛੱਡਣ ਨੂੰ ਫਿਰਦੇ ਹਾਂ। ਭਾਈ ਤਾਰੂ ਸਿੰਘ ਜੀ ਨੂੰ ਜਦੋਂ ਅੱਗੇ ਲਿਆਂਦਾ ਗਿਆ ਤਾਂ ਨਾਈ ਜਦੋਂ ਕੋਲ ਦੇ ਗਿਆ, when the barber went to cut ਭਾਈ ਤਾਰੂ ਸਿੰਘ ਜੀ's case, the ਕੈਂਚੀ broke। ਤੇ ਜਦੋਂ ਦੇਖਿਆ ਕਿ ਭਾਈ ਤਾਰੂ ਸਿੰਘ ਜੀ ਦੇ ਕੇਸ ਕਿਉਂ ਨਹੀਂ ਕੱਟ ਹੋਏ, ਭਾਈ ਤਾਰੂ ਸਿੰਘ ਜੀ's hair had turned into sarblow।
they had turned into as strong as ਸਰਬਲੋਂ, as strong as iron, ਤੇ ਕੱਟ ਨਹੀਂ ਹੁੰਦੇ ਸੀ। ਇਹ ਆ ਗੁਰੂ ਸਾਹਿਬ ਦੀ ਬਖਸ਼ਿਸ਼। ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਕਿਹਾ, ਗੁਰੂ ਸਾਹਿਬ ਅੱਗੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਮੈਂ ਤਾਂ ਜਿਹੜਾ ਬਚਨ ਕਿਹਾ ਮੈਂ ਕਹਿਤਾ, ਹੁਣ ਮੈਂ ਤੁਹਾਡੇ ਉੱਤੇ ਛੱਡਦਾ। ਜਿੰਨਾ ਚਿਰ ਤੱਕ ਮੈਂ ਆਪਣੀ ਕੇਸਾਂ ਦੀ ਰੱਖਿਆ ਕਰ ਸਕਦਾ ਸੀ ਉਦੋਂ ਤੱਕ ਮੈਂ ਕੀਤਾ, ਹੁਣ ਮੇਰੇ ਕੋਲ ਤਾਕਤ ਨਹੀਂ ਆ, ਹੁਣ ਤੁਸੀਂ ਹੱਥ ਦੇ ਕੇ ਰੱਖੋ। ਇਹ ਆ ਸਾਡਾ ਗੁਰੂ ਦੀ ਕਿਰਪਾ। ਜਿੱਥੇ ਸਾਡੀ ਤਾਕਤ ਮੁੱਕ ਜਾਂਦੀ ਆ ਹੈ ਨਾ, ਉੱਥੇ ਫਿਰ ਗੁਰੂ ਸਾਨੂੰ ਪੱਲਾ ਫੜਾ ਦਿੰਦਾ ਤੇ ਉਹ ਕੰਮ ਕਰਾ ਦਿੰਦਾ ਜਿਹੜਾ ਦੁਨੀਆ ਦੇ ਵਿੱਚ ਕਿਸੇ ਨੇ ਸੁਣਿਆ ਨਹੀਂ। ਜਿੱਥੇ ਸਾਡੇ ਹੱਥ ਵਸ ਨਹੀਂ ਹੁੰਦਾ ਉੱਥੇ ਗੁਰੂ ਫਿਰ ਪੱਲਾ ਦਿੰਦਾ। ਹੁਣ ਸਾਡੇ ਹੱਥ ਵਸ ਹੈਗਾ ਕਿ ਅਸੀਂ ਕੇਸ ਰੱਖੀਏ, ਅਸੀਂ ਦਾਰੂ ਛੱਡੀਏ, ਅਸੀਂ ਮਾਸ ਖਾਣਾ ਬੰਦ ਕਰੀਏ, ਅਸੀਂ ਨਸ਼ੇ ਖਾਣੇ ਬੰਦ ਕਰੀਏ। ਸਾਡੇ ਹੱਥ ਵਸ ਹੈਗਾ। ਅਸੀਂ ਕਰੈਤ ਨਾ ਕਰੀਏ, ਅਸੀਂ ਬਾਣੀ ਪੜ੍ਹੀਏ, ਸਾਰਾ ਕੁਝ ਸਾਡੇ ਹੱਥ ਵਸ ਹੈਗਾ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਤੁਸੀਂ ਪਹਿਲਾਂ ਆਪਣੀ ਤਾਂ ਕੋਸ਼ਿਸ਼ ਕਰੋ। ਸਿੱਖ ਐਵੇਂ ਥੋੜੀ ਬਣਿਆ ਜਾਂਦਾ। ਸਿੱਖ ਪਹਿਲਾਂ ਖੋਜ ਕਰਕੇ, ਸਿੱਖ ਪਹਿਲਾਂ ਮਿਹਨਤ ਕਰਕੇ ਸਿੱਖ ਬਣ ਹੁੰਦਾ। ਇਸ ਕਰਕੇ ਲੋੜ ਆ ਅੱਜ ਸਾਨੂੰ ਸਿੱਖ ਪੰਥ ਦੇ ਵਿੱਚ ਕਿ ਅਸੀਂ ਧਿਆਨ ਧਰ ਕੇ ਗੁਰੂ ਸਾਹਿਬ ਦੇ ਉੱਤੇ ਪਹਿਰਾ ਦਈਏ। ਗੁਰੂ ਸਾਹਿਬ ਦੇ ਅਸੀਂ ਰੋਜ਼ ਅਸੀਂ ਗੱਲਬਾਤ ਕਰੀਏ ਕਿ ਸਿੱਖ ਧਰਮ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਈਆਂ। ਜਦੋਂ ਭਾਈ ਤਾਰੂ ਸਿੰਘ ਜੀ ਨੇ ਉਸ ਸਮੇਂ ਉਹਨਾਂ ਦੇ ਕੇਸ ਨਹੀਂ ਕੱਟ ਹੋਏ ਤਾਂ ਜ਼ਕਰੀਆ ਖਾਨ ਹੈਰਾਨ ਹੋ ਕੇ, ਲਖਪਤ ਰਾਏ ਹੈਰਾਨ ਹੋ ਕੇ ਉਹਨਾਂ ਨੇ ਪੁੱਛਿਆ ਭਾਈ ਤਾਰੂ ਸਿੰਘ ਜੀ ਨੂੰ ਕਿ ਤੇਰੇ ਕੇਸ ਕਿਉਂ ਨਹੀਂ ਕੱਟ ਹੋ ਰਹੇ। ਭਾਈ ਤਾਰੂ ਸਿੰਘ ਜੀ ਨੇ ਅੱਗੇੋਂ ਜਵਾਬ ਦਿੱਤਾ ਕਿ ਇਹ ਮੇਰੀ ਗੁਰੂ ਦੀ ਬਖਸ਼ਿਸ਼ ਆ, ਇਸ ਕਰਕੇ ਨਹੀਂ ਕੱਟ ਹੋਏ। ਜਿੱਥੇ ਤੱਕ ਮੈਂ ਰਾਖੀ ਕਰ ਸਕਦੀ ਸੀ ਮੈਂ ਕੀਤਾ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦੇ ਉੱਤੇ ਮੈਂ ਪੱਲਾ ਛੱਡਤਾ ਤੇ ਗੁਰੂ ਸਾਹਿਬ ਨੇ ਮੈਨੂੰ ਰੱਖ ਲਿਆ। ਜ਼ਕਰੀਆ ਖਾਨ ਉਸ ਵੇਲੇ ਡਰ ਕੇ ਉਹਨੇ ਫਤਵਾ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਦੀ ਫਿਰ ਖੋਪੜ ਉਤਾਰੀ ਜਾਵੇ। ਜੇ ਕੇਸ ਨਹੀਂ ਕੱਟ ਹੁੰਦੇ, ਜੇ ਉਹਨਾਂ ਦਾ ਸਿਰ ਨਹੀਂ ਮੁੰਨੇ ਜਾ ਸਕਦੇ ਉਹ, ਤੇ ਫਿਰ ਉਹਨਾਂ ਦਾ ਖੋਪੜ ਹੀ ਉਤਾਰ ਦਿਓ। ਰੰਬੀ ਨੂੰ ਗਰਮ ਕੀਤੀ। They got a chisel and they heated it up to extreme heats, and they used a hammer. They smashed it into the khopri of Bhai Taru Singh ji, and slowly all the way around his head ਉਹਨਾਂ ਨੇ ਖੋਪੜ ਉਤਾਰ ਦਿੱਤੀ ਸੀ ਭਾਈ ਤਾਰੂ ਸਿੰਘ ਜੀ ਦੀ। ਦੇਖੋ ਸਾਡੇ ਸਿੰਘਾਂ ਨੇ ਕਿੰਨੇ ਕਸ਼ਟ ਸਹਾਰੇ ਆ। ਅਸੀਂ ਹੈ ਨਾ ਕਈ ਵਾਰੀ ਖਾਣਾ ਬਣਾਉਂਦੇ, ਰੋਟੀ ਬਣਾਉਂਦੇ, ਜਦੋਂ ਤਵੇ ਤੇ ਸਾਡਾ ਹੱਥ ਲੱਗ ਜਾਂਦਾ ਹੈ ਨਾ, ਸਮਟਾਈਮਸ ਵੀ ਐਂਡ ਅਪ ਟੱਚਿੰਗ ਦ ਤਵਾ ਬਾਈ ਮਿਸਟੇਕ, ਤਾਂ ਸਭ ਤੋਂ ਪਹਿਲਾਂ ਅਸੀਂ we run towards the tap and we try and put cold water on our hands to help it soothe। ਬਾਅਦ 'ਚ ਆਪਾਂ ਰੋਲਾ ਇੰਨਾ ਪਾਉਂਦੇ ਆ ਕਿ ਜੀ ਮੇਰਾ ਹੱਥ ਸੜ ਗਿਆ, ਮੇਰਾ ਹੱਥ ਸੜ ਗਿਆ, ਮੇਰਾ ਹੱਥ ਲੱਗ ਗਿਆ, ਮੇਰਾ ਹੱਥ ਲੱਗ ਗਿਆ। ਉਸ ਟਾਈਮ ਤੇ ਭਾਈ ਤਾਰੂ ਸਿੰਘ ਅਡੋਲ ਬੈਠ ਕੇ ਵਾਹਿਗੁਰੂ ਸਿਮਰਨ ਕਰ ਰਹੇ ਸੀ। ਕਿਹੋ ਜਿਹੀ ਸਿੱਖੀ ਆ ਸਾਡੀ ਜਿਹੜੀ ਇੰਨੀ ਤਾਕਤ ਬਖਸ਼ਦਾ। ਕਿਉਂ ਹੁਣ ਅਸੀਂ ਉਸ ਸਿੱਖੀ ਨੂੰ ਛੱਡ ਦਿੱਤਾ? ਕਿਉਂ ਅਸੀਂ ਗੁਰੂ ਸਾਹਿਬ ਦਾ ਪੱਲਾ ਛੱਡ ਦਿੱਤਾ? ਕਿਉਂ ਅਸੀਂ ਹੁਣ ਬਾਣੀ ਨਹੀਂ ਪੜ੍ਹਦੇ? ਕਿਉਂ ਅਸੀਂ ਇਤਿਹਾਸ ਵੱਲ ਧਿਆਨ ਨਹੀਂ ਦਿੰਦੇ? ਕਿਉਂ ਇਹ ਬਾਣਾ ਆਪਾਂ ਛੱਡਿਆ ਹੋਇਆ ਹੈ? ਇਹ ਬਾਣੇ ਨਾਲ ਤਾਕਤ ਹੁੰਦੀ ਆ, ਬਾਣੀ ਨਾਲ ਤਾਕਤ ਹੁੰਦੀ ਆ, ਇਤਿਹਾਸ ਨਾਲ ਤਾਕਤ ਮਿਲਦੀ ਆ। ਗੁਰੂ ਸਾਹਿਬ ਨੇ ਜਦੋਂ ਇੰਨੀ ਤਾਕਤ ਬਖਸ਼ੀ ਆ ਸਿੱਖ ਕੌਮ ਨੂੰ, ਅੱਜ ਕੱਲ੍ਹ ਦੁਨੀਆ ਦੇ ਵਿੱਚ ਲੋਕੀ ਲੱਭ ਰਹੇ ਆ ਕਿ ਤਾਕਤ ਕਿੱਧਰੋਂ ਆਉਂਦੀ ਆ। How can you attain power? ਅਸੀਂ ਲੱਭਦੇ ਰਹਿੰਦੇ ਆ। ਸਿਕੰਦਰ ਨੇ ਲੱਭਿਆ। ਸਿਕੰਦਰ ਜਿਹੜਾ ਸੀਗਾ ਦੁਨੀਆ ਦਾ ਰਾਜਾ, ਉਹਨੇ ਅੰਮ੍ਰਿਤ ਲੱਭਣ ਦੀ ਕੋਸ਼ਿਸ਼ ਕੀਤੀ ਆ। He tried to find a way to cheat death। ਉਹ ਕਹਿੰਦਾ ਸੀ ਮੈਨੂੰ ਅੰਮ੍ਰਿਤ ਮਿਲ ਜਾਵੇ, ਤੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦਾ ਬਾਟਾ 1699 ਦੀ ਵਿਸਾਖੀ ਤੇ ਤਿਆਰ ਕਰਕੇ ਸਾਨੂੰ ਚਿੜੀਆਂ ਨੂੰ ਨਾਲ ਬਾਜ਼ਾਂ ਨੂੰ ਲੜਾ ਦਿੱਤਾ, 1.25 ਲੱਖ ਨਾਲ ਲੜਾ ਦਿੱਤਾ, ਤੇ ਅਸੀਂ ਹੁਣ ਉਹ ਗੁਰੂ ਨੂੰ, ਉਸ ਤਾਕਤ ਨੂੰ ਅਸੀਂ ਛੱਡ ਦਿੱਤਾ। ਜਿਹੜੀਆਂ ਚੀਜ਼ਾਂ ਨਾਲ ਲੋਕਾਂ ਦੀ ਖੋਜ ਹੁੰਦੀ ਸੀ ਕਿ ਇਹ ਕਿਸ ਤਰ੍ਹਾਂ ਹੋ ਗਿਆ, ਉਹ ਕੰਮ ਅਸੀਂ ਕਰਕੇ ਦਿਖਾ ਦਿੱਤੇ ਆ, ਤੇ ਤਾਂ ਵੀ ਅਸੀਂ ਉਹ ਚੀਜ਼ ਨੂੰ ਛੱਡ ਦਿੱਤਾ। ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਜ਼ਰੂਰ ਆ। ਹੁਣ ਸਾਡਾ ਕੰਮ ਆ ਨਿਭਣ ਦਾ, ਸਾਡਾ ਕੰਮ ਆ ਨਿਭਾਉਣ ਦਾ। ਅਸੀਂ ਰੋਜ਼ ਇਹ ਕੋਸ਼ਿਸ਼ ਕਰਨਾ, ਸਾਨੂੰ ਇਹ ਕਰਨਾ ਚਾਹੀਦਾ। We should definitely start, even if we make the smallest step towards our Guru। ਸਿਆਣੇ ਕਹਿੰਦੇ ਆ ਕਿ the smaller the step you make towards your Guru,
ਉਹਨਾਂ ਦੁੱਗਣੀ ਗੁਰੂ ਸਾਹਿਬ ਤੁਹਾਡੇ ਕੋਲ ਆਉਂਦੇ ਆ। So we should definitely try on these days when we're asking our Guru Sahban, when we're asking our Shaheed Singhs to help us, ਜਦੋਂ ਅਸੀਂ ਅਰਦਾਸ ਦੇ ਵਿੱਚ ਖੜਦੇ ਹਾਂ ਤੇ ਗੱਲ ਕਰਦੇ ਹਾਂ, ਅਸੀਂ ਪੜ੍ਹਦੇ ਹਾਂ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਜਦੋਂ ਆਪਾਂ ਕਹਿੰਦੇ ਹਾਂ ਤਾਂ ਜ਼ਰੂਰ ਧਿਆਨ ਕਰਕੇ ਪਰਮਾਤਮਾ ਦਾ ਨਾਮ ਵੀ ਲਈਏ। ਉਸੇ ਹੀ ਰਾਤ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਪਿੰਡ ਦੇ ਬਾਹਰ ਜਸਟ ਆਊਟਸਾਈਡ Lahore, they were thrown into a pit and they were left there. ਤੇ ਸ਼ਹਿਰ ਦੇ ਜਿਹੜੇ ਸਿੱਖ ਤੇ ਹਿੰਦੂ ਸੀ, ਜਿਹੜੇ ਭਾਈ ਤਾਰੂ ਸਿੰਘ ਜੀ ਨੂੰ ਜਾਣਦੇ ਸੀਗੇ, ਉਹਨਾਂ ਨੇ ਭਾਈ ਤਾਰੂ ਸਿੰਘ ਜੀ ਦੇ ਜ਼ਖਮਾਂ ਨੂੰ ਧੋ ਕੇ ਸਿਰ ਦੇ ਉੱਤੇ ਪੱਟੀ ਬਣ ਕੇ ਉਹਨਾਂ ਨੂੰ ਧਰਮਸ਼ਾਲਾ ਲੈ ਕੇ ਆਏ ਸੀ। when ਭਾਈ ਤਾਰੂ ਸਿੰਘ ਜੀ was brought to the ਧਰਮਸ਼ਾਲਾ, ਉਸੇ ਹੀ ਰਾਤ ਫਿਰ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਸੀ ਤੇ ਉਹਦੇ ਬੋਡੀ ਦੇ ਵਿੱਚ ਇਨਸਾਈਡ ਹਿਸ ਬੋਡੀ ਜ਼ਹਿਰ ਭਰਨ ਲੱਗ ਪਿਆ ਸੀ। It was turning into poison. ਤੇ ਭਾਈ ਤਾਰੂ ਸਿੰਘ ਜੀ ਨੇ, ਗੁਰੂ ਸਾਹਿਬ ਨੇ ਭਾਈ ਤਾਰੂ ਸਿੰਘ ਜੀ ਦਾ ਬਚਨ ਜਿਹੜਾ ਪੂਰਾ ਕਰਕੇ ਦਿਖਾ ਲਿਆ। ਜ਼ਕਰੀਆ ਖਾਨ spent so much money on trying to get his ਇਲਾਜ done, but nothing was working. ਤੇ ਉਸ ਸਮੇਂ ਜੇਲ੍ਹ ਦੇ ਵਿੱਚ ਬੈਠੇ ਭਾਈ ਸੁਬੇਗ ਸਿੰਘ, who was in the divan previously of Zakaria Khan, but for reasons that Lakhpat Rai had against the Sikhs, for the kind of animosity that Lakhpat Rai had against Sikhs, Bhai Shubeg Singh had been arrested. And one of the Nawabs came to Bhai Shubeg Singh and asked Bhai Shubeg Singh that this is what has happened. Please tell us what we can do. And then Bhai Shubeg Singh went to Bhai Taru Singh ji ਤੇ ਉਹਨਾਂ ਨੇ ਪੁੱਛਿਆ ਭਾਈ ਤਾਰੂ ਸਿੰਘ ਜੀ ਨੇ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਬਚਨ ਕੀਤਾ ਸੀ ਤੇ ਗੁਰੂ ਸਾਹਿਬ ਨੇ ਸਹੀ ਕਰਕੇ ਦਿਖਾਲਤਾ, ਹੁਣ ਅਸੀਂ ਕੀ ਕਰ ਸਕਦੇ ਹਾਂ। ਉਹ ਪਛਤਾਵਾ ਵੀ ਕਰਦਾ, he is suffering for what he's done, what can we do। ਗੁਰੂ ਨਾਨਕ ਸਾਹਿਬ ਦਾ ਘਰ ਦਾ ਉਹਨੇ ਵਾਸਤਾ ਪਾਇਆ, ਹੁਣ ਅਸੀਂ ਕੀ ਕਰ ਸਕਦੇ ਹਾਂ। ਅੱਗੇ ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਕਿ ਜਿਹੜਾ ਕੰਮ ਗੁਰੂ ਸਾਹਿਬ ਨੇ ਕਰਨਾ ਸੀ ਉਹਨਾਂ ਨੇ ਆਪ ਕਰਤਾ, ਮੈਂ ਇਹਦੇ ਵਿੱਚ ਹੁਣ ਕੁਛ ਨਹੀਂ ਕਰ ਸਕਦਾ। Then ਭਾਈ ਸ਼ਬੇਗ ਸਿੰਘ went to the ਦਲ ਖਾਲਸਾ, ਨਵਾਬ ਕਪੂਰ ਸਿੰਘ ਉਹਨਾਂ ਕੋਲ ਗਏ ਤਾਂ ਭਾਈ ਸ਼ਬੇਗ ਸਿੰਘ ਨੇ ਸਾਰੀ ਵਾਰਤਾ ਜਿਹੜੀ ਸੀ ਨਵਾਬ ਕਪੂਰ ਸਿੰਘ ਨੂੰ ਸੁਣਾਈ। And Nawab Kapoor Singh, when he heard everything, he said that this is the end for Zakaria Khan now. Zakaria Khan ਹੁਣ ਨਹੀਂ ਬਚਦਾ। ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਆ, ਇਹੋ ਜਿਹਾ ਬੰਦਾ, ਇਹੋ ਜਿਹਾ tyrant, this kind of tyrant that is living on this planet, ਹੁਣ ਗੁਰੂ ਸਾਹਿਬ ਨੇ ਉਸ ਦਾ ਖੰਡਨ ਵੀ ਕਰਨਾ। And he said that there's only one way for Zakaria Khan to be treated if Bhai Taru Singh ji's jutti is whacked on his head, then shayad uda ilaj ho sake. And Bhai Shubeg Singh wrapped Bhai Taru Singh ji's jutti and brought it into the divan of Zakaria Khan. And Zakaria Khan was in pain. He was in terrible pain. And at this point he was willing to try anything. And Bhai Shubeg Singh, when he whacked the jutti in Zakaria Khan's head, us brief ਸਮੇਂ ਲਈ ਉਹਦਾ ਪਿਸ਼ਾਬ ਖੁੱਲ ਗਿਆ ਸੀ, ਪਰ ਜੁੱਤੀਆਂ ਜਿੰਨੇ ਉਹਦੇ ਸਿਰ 'ਚ ਵੱਜੀਆਂ for 21 days ਉਹਨੇ ਜੁੱਤੀਆਂ ਖਾਧੀਆਂ। And then on the 22nd day in the morning, Zakaria Khan died. ਤੇ ਜਦੋਂ ਜ਼ਕਰੀਆ ਖਾਨ ਦੀ ਮੌਤ ਦੀ ਖਬਰ ਭਾਈ ਤਾਰੂ ਸਿੰਘ ਜੀ ਕੋਲ ਆ ਗਈ ਤਾਂ ਉਹਨਾਂ ਨੇ ਫਤਿਹ ਬੁਲਾ ਕੇ ਪ੍ਰਾਣ ਤਿਆਗ ਦਿੱਤੇ। This is our ਸਿੱਖ ਕੌਮ, ਇਹ ਅਸਲੀਅਤ ਆ ਸਾਡੀ ਸਿੱਖ ਕੌਮ ਦੀ, ਇਹ ਤਾਕਤ ਆ ਗੁਰੂ ਸਾਹਿਬ ਦੀ। ਇਸ ਬਾਣੀ ਦੇ ਤਾਕਤ ਤੋਂ ਬਿਨਾਂ ਭਾਈ ਤਾਰੂ ਸਿੰਘ ਜੀ ਇਦਾਂ ਦਾ ਕੰਮ ਨਹੀਂ ਕਰ ਸਕਦੇ ਸੀ। ਇਸ ਬਾਣੇ ਦੇ ਤਾਕਤ ਤੋਂ ਬਿਨਾਂ ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸੀਸ ਤੋਂ ਨਹੀਂ ਲੜਨਾ ਸੀ। ਬਾਣੀ ਤੇ ਬਾਣਾ ਇਹ ਦੋ ਚੀਜ਼ਾਂ ਸਿੱਖ ਕੌਮ ਲਈ ਬਹੁਤ ਇੰਪੋਰਟੈਂਟ ਆ, ਤੇ ਜਦ ਤੱਕ ਸਾਡੇ ਕੋਲ ਇਹ ਦੋ ਚੀਜ਼ਾਂ ਨਹੀਂ ਆਉਂਦੀਆਂ ਤਦ ਤੱਕ ਸਾਡੇ ਕੌਮ ਦੇ ਵਿੱਚ ਜਿਹੜੇ ਲੀਡਰ ਆ, ਜਿਹੜੇ ਵਿਕੇ ਹੋਏ ਆ, ਉਹਨਾਂ ਨੇ ਵੀ ਰਹਿਣਾ, ਤੇ ਜਿਹੜੇ ਸਾਡੇ ਪੰਥ ਵਿੱਚ ਗਦਾਰ ਆ ਉਹ ਵੀ ਰਹਿਣੇ ਆ।
So let's all try and remember what Bhai Taru Singh ji did. Let's all try and take a lesson from our Shaheed Singhs. ਅਸੀਂ ਰੋਜ਼ ਗੱਲ ਕਰਦੇ ਹਾਂ ਸ਼ਹੀਦਾਂ ਸਿੰਘਾਂ ਬਾਰੇ, ਕੁਝ ਸਿੱਖੀਏ ਵੀ ਉਹਨਾਂ ਤੋਂ। ਕਿਹੋ ਜਿਹਾ ਜੀਵਨ ਉਹਨਾਂ ਦਾ ਸੀਗਾ, ਕਿਹੋ ਜਿਹਾ ਲਾਈਫ ਸਟਾਈਲ ਉਹਨਾਂ ਦਾ ਸੀਗਾ, ਕਿਹੋ ਜਿਹਾ ਸਿੱਖਿਆ ਉਹਨਾਂ ਨੇ ਦਿੱਤੀ ਆ ਸਾਨੂੰ। There's a very, very famous kavita written by Harmanjeet Singh, and he very, very cleverly describes the way that a Shaheed Singh's mindset is. And he said, "Barshe parkh lo, ਰੰਬੀਆਂ ਤੇਜ਼ ਕਰ ਲਓ, ਪੈਰੇ ਗੱਡ ਦਿਓ, ਭਾਵੇਂ ਹਰ ਗਲੀ ਉੱਤੇ ਉਹਦੇ ਸਿਦਕ ਨੂੰ ਫੈਲਣ ਨੂੰ ਰੋਕੋਗੇ ਕਿ ਜਿਹੜਾ ਰੱਖਿਆ ਹੁੰਦਾ ਏ ਸਿਰ ਤਲੀ ਉੱਤੇ, ਜਿਹਦੇ ਲੂਲੂ ਤੱਪੇ ਬ੍ਰਹਿਮੰਡ ਸਾਰਾ, ਉਹਨੂੰ ਕਿਹੜੇ ਪਾਸਿਓਂ ਥੜਕਾਉਂਗੇ ਵੇ, ਜਿਹੜਾ ਵਸਦਾ ਤਾਰਿਓਂ ਪਾਰ ਕੋਹ ਪੜ, ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ। ਇਹ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਸਾਡੇ ਸ਼ਹੀਦ ਸਿੰਘਾਂ ਦਾ ਆਇਆ ਮਾਈਂਡਸੈਟ ਸੀਗਾ ਕਿ ਕੁਛ ਵੀ ਹੋ ਜੇ, ਅਸੀਂ ਸਿੱਖੀ ਦੇ ਵਿੱਚ ਰਹਿਣਾ, ਅਸੀਂ ਬਾਣੀ ਨਾਲ ਰਹਿਣਾ, ਅਸੀਂ ਬਾਣੀ ਨਹੀਂ ਛੱਡਣੀ। ਤੇ ਹੁਣ ਅਸੀਂ ਕਈ ਵਾਰੀ ਬਾਣਾ ਵੀ ਛੱਡ ਦਿੰਦੇ ਹਾਂ, ਬਾਣੀ ਵੀ ਛੱਡ ਲੈਂਦੇ ਹਾਂ, ਇਤਿਹਾਸ ਤਾਂ ਆਪਾਂ ਜ਼ਰੂਰ ਛੱਡਿਆ ਹੋਇਆ ਆ, ਪ੍ਰਚਾਰਕਾਂ ਨੂੰ ਅਸੀਂ ਛੱਡ ਦਿੰਦੇ ਹਾਂ। ਕਿਹੋ ਜਿਹਾ ਪੰਥ ਸਾਡਾ, ਹੁਣ ਗੁਰੂ ਨੇ ਪਹਿਲਾਂ ਸਾਨੂੰ ਖਾਲਸਾ ਪੰਥ ਸਥਾਪਨ ਕੀਤਾ ਸੀ, ਹੁਣ ਅਸੀਂ ਪਤਾ ਨਹੀਂ ਗੁਰੂ ਸਾਹਿਬ ਦਾ ਸੁਚੇਤ ਪੰਥ ਨੂੰ ਕੀ ਬਣਾ ਦਿੱਤਾ। So let's please try and remember, let's please try and work towards making our Panth strong again. Let's make our Panth great again. ਸਾਡੀ ਸੋਚ ਕੈਲੀਫੋਰਨੀਆ ਤੱਕ ਨਾ ਰਵੇ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਉੱਥੇ ਤੱਕ ਨਾ ਸਾਡਾ ਸੋਚ ਰਵੇ। ਪਹਿਲਾਂ ਅਸੀਂ ਸੋਚੀਏ ਕਿ ਉਸ ਤੋਂ ਵਧੀਆ ਸਾਡਾ ਬਣ ਜਾਵੇ, ਉਹ ਖਾਲਸਾ ਰਾਜ ਸਾਡਾ ਵਾਪਸ ਆਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ। ਸਿੱਖ ਧਰਮ ਦੇ ਵਿੱਚ ਅਸੀਂ ਫਿਰ ਮੁੜਵਾਰ ਅਸੀਂ ਲਿਆਈਏ, ਗੁਰੂ ਸਾਹਿਬ ਦੀ ਬਾਣੀ ਦਾ ਪੱਲਾ ਨਾ ਆਪਾਂ ਛੱਡੀਏ, ਗੁਰੂ ਸਾਹਿਬ ਦਾ ਸਿਦਕ ਨਾ ਆਪਾਂ ਛੱਡੀਏ। ਜਿਹੜੀਆਂ ਚੀਜ਼ਾਂ ਗੁਰੂ ਸਾਹਿਬ ਨੇ ਇੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਦਿੱਤੀਆਂ, ਉਹ ਚੀਜ਼ਾਂ ਨਾ ਆਪਾਂ ਛੱਡੀਏ। So let's take some lessons from Bhai Taru Singh ji. Again, on the age of 25, he was barely living his life. But ਇਹੋ ਜਿਹਾ ਸ਼ਹੀਦੀ ਉਹਨਾਂ ਨੇ ਦਿੱਤੀ ਆ ਕਿ ਕੌਮ ਦੇ ਵਿੱਚ ਮਿਸਾਲ ਬਣ ਗਈ ਆ। Let's leave our mark on this planet for doing something that isn't just like living like everyone else. Let's leave our marks on the planet, knowing that we've done something for the Qawm, knowing that we've tried our best here, knowing that we've done something other than make money. ਅੱਜ ਕੱਲ੍ਹ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਕਹਿੰਦੇ ਅਸੀਂ ਪੈਸੇ ਕਮਾਉਣੇ ਆ, ਪੈਸੇ ਕਮਾਉਣੇ ਆ, ਪੈਸੇ ਕਮਾਉਣੇ ਆ। ਜਿਹੜਾ ਨਾਮ ਧਨ ਕਮਾਉਣਾ ਸੀ ਉਹ ਕਿੱਥੇ ਗਿਆ? ਜਿਹੜਾ ਤੁਸੀਂ ਗੁਰ ਇਤਿਹਾਸ ਪੜ੍ਹਨਾ ਸੀ ਉਹ ਕਿੱਥੇ ਗਿਆ? ਅੱਜ ਕੱਲ੍ਹ ਬਹੁਤ ਟਾਈਮ ਮਿਲਿਆ ਹੈ, ਕਰੋਨਾ ਵਾਇਰਸ ਕਰਕੇ ਕਿਸੇ ਨੂੰ ਕਿੰਨਾ ਟਾਈਮ ਮਿਲਿਆ ਆ। ਕਈ ਗੁਰਮੁਖ ਹੈਗੇ ਆ ਜਿਹੜੇ ਉਸ ਟਾਈਮ ਨੂੰ ਸਹੀ ਮਾਇਨੇ ਨਾਲ ਵਰਤਦੇ ਆ, ਪਰ ਮਾਫ਼ ਕਰਨਾ ਜ਼ਿਆਦਾਤਰ ਅਸੀਂ ਘਰਾਂ 'ਚ ਬੈਠ ਕੇ ਨੈਟਫਲਿਕਸ 'ਤੇ ਹੀ ਬੈਠੇ ਹਾਂ। Watching Netflix, watching Amazon, we're wasting our time doing things like that where we've got so much time. Why don't we read something? Why don't we add new baniya to our Nityanim? Why don't we try and do something that's a little bit different? So let's try and take the initiative now. ਹੁਣ ਸਾਡੇ ਉੱਤੇ ਗੁਰੂ ਸਾਹਿਬ ਨੇ, we've tried our best up till now. ਅਸੀਂ ਅਰਦਾਸ ਕਰੀਏ ਕਿ ਜੇ ਸਾਡਾ ਕੰਮ ਨਹੀਂ ਬਣਦਾ, if we, for some random reason, if there is some sort of reason why you can't leave alcohol, if there's some sort of reason why you can't keep your hair, that you're afraid, if you need taqat, if you need bakshish, yaad rakho Guru Sahib hamesha thwade lai a. If you cannot do darshan of Guru Granth Sahib Ji for any reason, ਸੱਚੇ ਦਿਲੋਂ ਅਰਦਾਸ ਕਰੋ, ਗੁਰੂ ਸਾਹਿਬ ਨੇ ਆਪੇ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਣਾ। But you have to believe, to do everything, you have to have some sort of belief system in place, and you need some sort of incentive to do everything. If you have the incentive that you want a new car, or you want to actually, progress in Sikhi, or you want to take Amrit, if you want to do something, ਤਾਂ ਸਭ ਤੋਂ ਪਹਿਲਾਂ ਅਰਦਾਸ ਕਰੋ। ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ ਗੁਰੂ ਸਾਹਿਬ ਦਾ ਹੁਕਮ ਆ, 11th ਹੁਕਮ, we should definitely be following it. If it's a hukam, it's there for a reason. It's there for a reason. Why? Because ardas de naal sara kuch jehda hai, everything is always sorted out. Tinne taap nivaran hara dukh hanta sukhras, taako bigan na kau lag gaya ja ki prabh age ardas. Us kam de vich kade bigan nahi penda. There's never any problems in that kind of caraj, jis caraj ardas de naal shuru hunda.
ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਕਿ ਸਾਨੂੰ ਵੀ ਸ਼ਹੀਦੀ ਪਾਉਣ ਦਾ ਮੌਕਾ ਮਿਲੇ, ਸਿੱਖ ਕੌਮ ਨੂੰ ਮੁੜ ਦੁਬਾਰਾ ਗੁਰੂ ਸਾਹਿਬ ਤਾਕਤ ਬਖਸ਼ਣ, so that we can become that true Khalsa Panth, that Tat Khalsa that Guru Sahib had created. Let's try and become that Khalsa. Let's not, falsify what we've learned. Let's not fall into Jathebandis. Let's not divide the Khalsa Panth even more. Bhai Taru Singh Ji, their Jeevan, it's a big Sikhya. Bhai Taru Singh Ji had studied in the Damdami Taksal and then they lived as a Nihang Singh. It's proof that you can live as both. You don't need to separate yourself into Jathebandis. You can live as both. Baba Deep Singh Ji was the Jathedar of the Misl Sheet, the Tarna Dal, but he was also the Jathedar of the Damdami Taksal. Every Sikh learned from the Damdami Taksal and then they went into a Nihang Singh Jathebandi to fight. You can be both. You can be part of any Jathebandi, but you are a Sikh first. Sangh tusi pehla hai. Don't forget that. Let's not fall into all these false perceptions that people are creating nowadays, that if you're not a Nihang Singh, you're not a Sikh. If you're not a Taksali, you're not a Sikh. If you're not an Akhand Kirtani, you're not a Sikh. Forget all that. Focus on Gurbani. Focus on your Ityas. Focus on your Bana. These are the things that are going to get you forward, not your Jathebandis, not your Babbe. Not the Babbe that say 3 words in your ear. Those Babbe will definitely not get you anywhere. Nor will those people who need airport style security. They ain't going to get you anywhere either. ਜੇ ਕਿਸ ਨੇ ਤੁਹਾਨੂੰ ਪਹੁੰਚਾਉਣਾ ਤਾਂ ਸਿਰਫ ਗੁਰੂ ਸਾਹਿਬ ਨੇ ਤੁਹਾਨੂੰ ਉਸ ਥਾਂ ਤੇ ਪਹੁੰਚਾਉਣਾ, ਗੁਰੂ ਸਾਹਿਬ ਨੇ ਉਹ ਮੁਕਤੀ ਦਾ ਰਾਹ ਤੁਹਾਨੂੰ ਦਿਖਾਉਣਾ. So let's stay with Guru Sahib. Let's learn together. I'm still learning. You should all still be learning. All this time we spend talking together, all this time we spend doing vichar together, let's try and learn something more. Push our things forward, push our ityas forward. Akhir de vich benti inni hai, just again, let's all work under one Nishan Sahib. Let's not look at the color of the Nishan Sahib. Let's not say we don't follow a blue Nishan Sahib, we follow an orange Nishan Sahib. Let's not say we follow a yellow one, we follow an orange one. Us pambal pusse ch na paiye appa. Stop trying to confuse everything. Let's not worry about what design is on the khanda. Let's just think about that's the Guru Sahib's Nishan that they gave us. Let's follow it. ਇਕੱਠੇ ਹੋਈਏ, ਪੰਥ ਦੇ ਵਿੱਚ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਉਹਨੂੰ ਛੱਡੀਏ. The things that we've created ourselves, Jathebandis, all this Jat Path nonsense that we've started in our Panth, let's get rid of it and let's get back together. If we get together, we can move forward. Then ਉਹ ਦਿਨ ਦੂਰ ਨਹੀਂ ਆ ਜਦੋਂ ਸਾਡਾ ਫਿਰ ਦੁਬਾਰਾ ਖਾਲਸਾ ਰਾਜ ਬਣੂਗਾ. But only when we work together, only when we be the Guru Panth that Guru Sahib has given us. When we be that Panth that Guru Sahib created, that's when we'll have the power then to get to ਜਿਹੜੇ ਪਾਪੀ ਆ ਉਹਨਾਂ ਨੂੰ ਵੀ ਪਿਆਰ ਨਾਲ ਮਨਾਓ. ਇਹ ਨਹੀਂ ਕਿ ਹਰੇਕ ਬੰਦੇ ਦਾ ਸੌਦਾ ਲਾਉਣ ਦੀ ਲੋੜ ਆ. ਪਾਪੀਆਂ ਨੂੰ ਵੀ ਪਿਆਰ ਨਾਲ ਮਨਾਓ, ਕਿਉਂਕਿ ਪਾਪੀ ਨੂੰ ਮਾਰਨੇ ਕੋ ਪਾਪ ਮਹਾਬਲੀ ਹੈ. ਪਾਪੀ ਨੂੰ ਡੁੱਬਣ ਲਈ ਉਹਦੇ ਪਾਪ ਜਿਹੜੇ ਕਮਾਏ ਹੋਏ ਆ ਉਹ ਡੁੱਬਣ ਲਈ ਬਹੁਤ ਆ. So let's remember what we've learned from our Bani. Let's remember what we've learned from our Ityas. Let's remember what we've learned from Kavata, from Tardivana. Let's remember all that. But let's push it forward. Let's not stick on the baseline things. Let's move forward. Let's learn new things. Sikhyan si Sikh ban ke dikhaiye. You're Sikh. It means to learn. Sikhi, Sikhya, Gura Vichar, everything comes in hand. Sikh nu ਪਹਿਲਾਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਫਿਰ ਗੁਰ ਵਿਚਾਰ ਦੇ ਉੱਤੇ ਚੱਲਣਾ ਚਾਹੀਦਾ. So let's learn everything, let's move forward and let's become that true Khalsa once again. ਫਤਿਹ ਦੀ ਸਾਂਝ ਪਾਈਏ ਜੀ, ਭੁੱਲਾਂ ਚੁੱਕਾਂ ਦੀ ਖੇਮਾ. If I've hurt anyone's feelings again, please forgive me. It's never my intention to hurt anyone's feelings. But the truth needs to get out, even if it is a Kauda Sach, let's accept it. It is a Kauda Sach. We need to put back our Bani on. We need to get back into our Sikh roop. ਫਤਿਹ ਦੀ ਸਾਂਝ ਪਾਈਏ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.